ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। हे प्राणनाथ गोबिंद है कृपा निधान जगत गुरु। हे संसार ताप हरण है कारण मैं सब दुख हरू। हे शरण जोग दयाल है दीनानाथ दया करो। शरीर स्वस्थ हीन समय सिमरंत नानक राम दामोदर माधव है। जब लो नहीं भाग ले लार उदय तब लो भ्रमते फिरते बहुत आयो। काल घोर समुंदर मह बूढ़त थे कब हो मिट है नहीं रे पुछतायो। तत विचार यह मथुरा जग तारण को अवतार बनायो। जपयो जिन अर्जन देव गुरु फिर संकट जोन गर्भ ना आयो। बेशुमार अथाह अगणित अतुल्य ज्यों बलाव हो त्यों नानक दास बोले। पतित पावन भगत वत्सलो कृपा दी खजाने हाजरा हजूर जाहर जहूर सर्व कला भरपूर। सच्चे पातशाह दीन दुनिया दे मालको धन धन साहिब श्री गुरु ग्रंथ साहिब जी महाराज। गुरु संगत जी जवाब जी सच्चे पातशाह जी दे दर्शनां दीदारे करन वास्ते और सतसंगत दियां अमोलक घड़ियां दे विचों जो आप जी अपने जीवन नूं सफल करन लई सतगुरु जी दे दर कर विखे हाजरियां भर रहे हो। सच्चे पातशाह जी की महान कृपा बख्शिश हुई है। ਅੰਮ੍ਰਿਤ ਵੇਲੇ ਸਤਿਗੁਰਾਂ ਦੀ ਬਾਣੀ ਪੜ੍ਹਨ ਸੁਣਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਇਸ ਮਨੁੱਖਾ ਜਨਮ ਦੇ ਸਮੇਂ ਨੂੰ ਸਫਲ ਕਰਨ ਵਾਸਤੇ ਸਾਡੇ ਤੇ ਮਹਾਨ ਕਿਰਪਾ ਬਖਸ਼ਿਸ਼ ਕਰ ਰਹੇ ਨੇ। ਸੱਚੇ ਪਾਤਸ਼ਾਹ ਜੀ ਅੰਮ੍ਰਿਤਮਈ ਬਾਣੀ ਔਰ ਸਤ ਸੰਗਤ ਸਾਨੂੰ ਕਲਯੁਗੀ ਜੀਵਾਂ ਨੂੰ ਸਤਿਗੁਰੂ ਜੀ ਬਖਸ਼ ਰਹੇ ਹੈ। ਸਾਧ ਸੰਗਤ ਜੀ ਇਹ ਸਤ ਸੰਗਤ ਉਸ ਵੇਲੇ ਪ੍ਰਾਪਤ ਹੁੰਦੀ ਹੈ ਜਿਸ ਵੇਲੇ ਸੱਚੇ ਪਾਤਸ਼ਾਹ ਜੀ ਕਹਿੰਦੇ ਰਾਮ ਮਾਇਆ ਸਤਿਗੁਰ ਦਇਆ ਸਾਧ ਸੰਗ ਜਬ ਹੋਏ। ਤਬ ਇਹ ਪ੍ਰਾਣੀ ਜਾਣੈ ਕਛੂ ਰਹਿਓ ਵਿਖੈ ਰਸ ਭੋਏ। ਜਦੋਂ ਸਾਧ ਸੰਗਤ ਜੀ ਵਾਹਿਗੁਰੂ ਦੀ ਮਾਇਆ ਉਹਦੀ ਦਇਆ ਹੁੰਦੀ ਹੈ, ਸੱਚੇ ਪਾਤਸ਼ਾਹ ਜੀ ਜਦੋਂ ਰਹਿਮ ਕਰਦੇ ਹੈ,
ਸਤਿਗੁਰੂ ਜੀ ਦੀ ਦਿਆਲਤਾ ਜਦੋਂ ਮਨੁੱਖ 'ਤੇ ਹੁੰਦੀ ਹੈ, ਮਹਾਰਾਜ ਕਹਿੰਦੇ ਨੇ ਉਸ ਵੇਲੇ ਇਸ ਕਲਯੁਗੀ ਜੀਵ ਨੂੰ ਰੱਬ ਦੇ ਪਿਆਰਿਆਂ ਦੀ ਜਿਹੜੀ ਸਤ ਸੰਗਤ ਹੈ, ਸਤ ਸੰਗਤ ਜਿੱਥੇ ਸਾਧ ਸੰਗਤ ਜੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣ ਕਹੇ ਜਾਂਦੇ ਹੋਣ, ਉਸ ਵਾਹਿਗੁਰੂ ਦੀ ਮਹਿਮਾ ਕਥਨ ਕੀਤੀ ਜਾਂਦੀ ਹੋਵੇ, ਉਹਨੂੰ ਸਾਧ ਸੰਗਤ ਦੀ ਸਤ ਸੰਗਤ ਆਖਿਆ ਹੈ। ਤਾਂ ਮਹਾਰਾਜ ਕਹਿੰਦੇ ਸਤ ਸੰਗਤ ਜਿਸ ਵੇਲੇ ਪ੍ਰਾਪਤ ਹੁੰਦੀ ਹੈ ਨਾ, ਉਸ ਵੇਲੇ ਪ੍ਰਾਣੀ ਜਾਗ ਜਾਂਦਾ ਹੈ। ਸਾਧ ਸੰਗਤ ਜੀ ਇੱਕ ਤੇ ਨੇਤਰਾਂ ਕਰਕੇ ਸਾਰੀ ਜਾਗਦੇ ਹੈ, ਪਰ ਜਿਹੜੇ ਸਾਧ ਸੰਗਤ ਜੀ ਵਿਰਲੇ ਨੇ ਉਹ ਗੁਰਮੁਖ ਪਿਆਰੇ ਜਿਹੜੇ ਮਨ ਕਰਕੇ ਜਾਗਦੇ ਹੈ। ਸਾਧ ਸੰਗਤ ਜੀ ਨੇਤਰਾਂ ਕਰਕੇ ਤੇ ਸਾਰੀ ਜਾਗਦੇ। ਹੁਣ ਵੇਖੋ ਸਵੇਰ ਹੋ ਗਈ ਨਾ, ਹੁਣ ਉੱਠ ਖੜ੍ਹੇ ਆ ਸਾਰੇ। ਰਾਤ ਵੇਲੇ ਆਰਾਮ ਕੀਤਾ ਤੇ ਦਿਨ ਚੜ੍ਹਿਆ ਤੇ ਉੱਠ ਖੜ੍ਹੇ। ਪਰ ਸਾਧ ਸੰਗਤ ਜੀ ਅਸਲ ਵਿੱਚ ਜਾਗਣਾ ਕੀ ਹੈ? ਜਾਗਣਾ ਦਾ ਭਾਵ ਹੁੰਦਾ ਹੈ ਜਦੋਂ ਸਾਧ ਸੰਗਤ ਜੀ ਇਹ ਜੀਵ ਗਿਆਨ ਦੀ ਅਵਸਥਾ ਵਿੱਚ ਜਾਗੇ। ਸਾਧ ਸੰਗਤ ਜੀ ਗਿਆਨ ਦੀ ਅਵਸਥਾ ਵਿੱਚ ਜਾਗਣਾ ਇਹ ਹੁੰਦਾ ਕਿ ਭਲਾ ਕੌਣ ਹੈ, ਬੁਰਾ ਕੀ ਹੈ, ਕਿਹੜਾ ਕਰਮ ਬੁਰਾ ਹੈ, ਕਿਹੜਾ ਕਰਮ ਚੰਗਾ ਹੈ, ਕਿਹੜੀ ਚੀਜ਼ ਮਾੜੀ ਹੈ, ਕਿਹੜੀ ਚੰਗੀ ਹੈ, ਇਹਨੂੰ ਜਾਗਣਾ ਕਹਿੰਦੇ ਹੈ। ਸਾਧ ਸੰਗਤ ਜੀ ਜਦੋਂ ਇਹ ਪ੍ਰਾਣੀ ਜਾਗ ਜਾਏਗਾ ਕਿ ਮੈਨੂੰ ਸੱਚੇ ਪਾਤਸ਼ਾਹ ਜੀ ਨੇ ਮਨੁੱਖਾ ਜਨਮ ਬਖਸ਼ਿਆ ਹੈ ਵਾਹਿਗੁਰੂ ਦੀ ਉਸਤਤੀ ਕਰਨ ਵਾਸਤੇ, ਵਾਹਿਗੁਰੂ ਜੀ ਦੇ ਗੁਣ ਗਾਉਣ ਵਾਸਤੇ, ਔਰ ਉਸ ਵੇਲੇ ਸਾਧ ਸੰਗਤ ਜੀ ਨੂੰ ਜਾਗਣਾ ਕਹਿੰਦੇ ਹੈ। ਨਹੀਂ ਤੇ ਵੇਖੋ ਸਾਰੇ ਹੀ ਮਾਇਆ ਦੀ ਨੀਂਦ ਵਿੱਚ ਸੁੱਤੇ ਹੋਏ ਨੇ, ਮਾਇਆ ਦੀ ਨੀਂਦ ਵਿੱਚ ਐਸੇ ਸੁੱਤੇ ਨੇ ਕਿ ਵਾਹਿਗੁਰੂ ਹੀ ਭੁੱਲ ਗਏ ਆ, ਪਰਮੇਸ਼ਰ ਹੀ ਭੁੱਲ ਗਏ ਆ। ਸਾਧ ਸੰਗਤ ਜੀ ਸੱਚੇ ਪਾਤਸ਼ਾਹ ਕਹਿੰਦੇ ਹੈ, ਮਹਾਰਾਜ ਕਹਿੰਦੇ ਜਾਗ ਲੈ ਹੋਰੇ ਮਨਾ ਜਾਗ ਲੈ ਹੋ ਕਹਾਂ ਗਾਫਲ ਸੋਇਆ। ਸਾਧ ਸੰਗਤ ਜੀ ਸਾਰਿਆਂ ਪੁਰਖਾਂ ਨੂੰ ਹੀ ਨੀਂਦ ਚੜ੍ਹੀ ਹੋਈ ਹੈ। ਦੇਖੋ ਧਨ ਦੌਲਤ ਪਦਾਰਥਾਂ ਦੀ ਭਾਵੇਂ ਕਿ ਇਹਦੀ ਲੋੜ ਤਾਂ ਹੈ, ਪਰ ਜਦੋਂ ਸਾਧ ਸੰਗਤ ਜੀ ਲੋੜ ਨੂੰ ਕੋਈ ਖੁਆਇਸ਼ ਬਣਾ ਲਵੇ, ਕਿਉਂਕਿ ਜਿਹੜੀਆਂ ਖੁਆਇਸ਼ਾਂ ਨੇ ਨਾ ਉਹ ਸਾਧ ਸੰਗਤ ਜੀ ਪੂਰੀਆਂ ਨਹੀਂ ਕਦੇ ਹੁੰਦੀਆਂ। ਇਹ ਜਿੰਨਾ ਚਿਰ ਸਰੀਰ ਹੈ ਵੱਧਦੀਆਂ ਹੀ ਜਾਣਗੀਆਂ। ਹੁਣ ਪਸ਼ੂ ਹੈ, ਉਹਦੀ ਕੋਈ ਖੁਆਇਸ਼ ਨਹੀਂ ਹੈ, ਉਹਦੀ ਸਿਰਫ ਲੋੜ ਹੈ ਕਿ ਘਾਹ ਪੱਠਾ ਪਾ ਦਿੱਤਾ, ਪਾਣੀ ਪਿਆ ਦਿੱਤਾ, ਬਸ। ਪਰ ਮਨੁੱਖ ਦੇ ਪਸ਼ੂ ਵਿੱਚ ਇੱਕ ਅੰਤਰ ਹੈ। ਜਿਹੜੇ ਪਸ਼ੂ ਨੇ ਸਾਧ ਸੰਗਤ ਜੀ ਜਾਨਵਰ ਨੇ ਉਹ ਕੇਵਲ ਲੋੜਾਂ ਦੇ ਤਲ 'ਤੇ ਜਿਉਂਦੇ ਹੈ। ਇਹ ਜਿਹੜਾ ਜੀਵ ਹੈ ਲੋੜਾਂ ਨੂੰ ਖੁਆਇਸ਼ ਬਣਾ ਲਈ। ਸਾਧ ਸੰਗਤ ਜੀ ਇਸੇ ਕਰਕੇ ਇਹ ਸੁੱਤਾ ਹੀ ਹੋਇਆ ਇਹ ਸਾਧ ਸੰਗਤ ਜੀ ਖੁਆਇਸ਼ਾਂ ਦੇ ਵਿੱਚ ਕਿ ਮੇਰੀ ਆਹ ਖੁਆਇਸ਼ ਪੂਰੀ ਹੋ ਜਾਏ। ਸਾਧ ਸੰਗਤ ਜੀ ਇੱਕ ਜਿਹੜੀ ਖੁਆਇਸ਼ ਹੈ ਉਹ ਅੱਗੇ 4 ਖੁਆਇਸ਼ਾਂ ਨੂੰ ਹੋਰ ਜਨਮ ਦਿੰਦੀ ਹੈ। ਔਰ ਇਸੇ ਕਰਕੇ ਸਤਿਗੁਰੂ ਜੀ ਨੇ ਕਹਿ ਦਿੱਤਾ ਕਿ ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ। ਜਿਹੜੀ ਤ੍ਰਿਸ਼ਨਾ ਹੈ ਨਾ ਕਿਸੇ ਵਿਰਲੇ ਪੁਰਖ ਦੀ ਬੁਝੀ ਹੈ। ਵਿਰਲੇ ਲਫ਼ਜ਼ ਗੁਰੂ ਅਰਜਨ ਦੇਵ ਮਹਾਰਾਜ ਬਖਸ਼ ਰਹੇ ਨੇ, ਕਹਿ ਰਹੇ ਨੇ। ਵਿਰਲਾ ਭਾਵ ਹੁੰਦਾ ਕੋਈ ਸਾਧ ਸੰਗਤ ਜੀ ਇੱਕ ਅੱਧਾ। ਮਹਾਰਾਜ ਕਹਿੰਦੇ ਨੇ ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲਾਖ ਕਰੋਰੇ ਮਾਨ ਨਾ ਹੋ ਰੇ, ਪਰੈ ਪਰੈ ਹੀ ਕੋ ਲੁਝੀ ਹੈ। ਮਹਾਰਾਜ ਕਹਿੰਦੇ ਲੱਖਾਂ ਜੋੜ ਲਏ, ਕਰੋੜਾਂ ਜੋੜ ਲਏ, ਪਰ ਫਿਰ ਵੀ ਤ੍ਰਿਸ਼ਨਾ ਨਹੀਂ ਬੁਝੀ, ਕਿਉਂਕਿ ਖੁਆਇਸ਼ ਹੈ ਅੰਦਰ ਵੱਧਦੀ ਹੋ ਜਾਂਦੀ ਹੈ। ਜੋ ਪਾਵਕ ਇੱਧੜ ਨਹੀਂ ਤਰਾਪੈ। ਜਿਵੇਂ ਸਾਧ ਸੰਗਤ ਜੀ ਅਗਨੀ ਹੈ ਨਾ, ਲੱਕੜਾਂ ਦੇ ਨਾਲ ਨਹੀਂ ਬੁਝਦੀ। ਅੱਗ 'ਤੇ ਲੱਕੜਾਂ ਪਾਓਗੇ ਛੱਡੋਗੇ ਭਾਂਬੜ ਹੋਰ ਬਲੇਗਾ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਨੇ ਕਿ ਜਿਹੜੀਆਂ ਲੋੜਾਂ ਨੇ ਉਹ ਚਾਹੀਦੀਆਂ ਨੇ ਜਿੰਨਾ ਚਿਰ ਸਰੀਰ ਹੈ, ਪਰ ਜੇ ਕੋਈ ਸਾਧ ਸੰਗਤ ਜੀ ਇਹ ਲੋੜਾਂ ਨੂੰ ਖੁਆਇਸ਼ ਬਣਾ ਲਵੇ ਤਾਂ ਫਿਰ ਮਹਾਰਾਜ ਕਹਿੰਦੇ ਉਹ ਮਾਇਆ ਵਿੱਚ, ਝੂਠੀ ਮਾਇਆ ਵਿੱਚ ਬੰਨਿਆ ਜਾਂਦਾ। ਇਸੇ ਕਰਕੇ ਮਹਾਰਾਜ ਜੀ ਕਹਿੰਦੇ ਹੈ ਭਾਈ ਕਿ ਤਬ ਹੈ ਪ੍ਰਾਣੀ ਜਾਣੈ ਕਛੂ, ਉਦੋਂ ਪ੍ਰਾਣੀ ਜਾਣੇਗਾ। ਨਹੀਂ ਤੇ ਮਹਾਰਾਜ ਕਹਿੰਦੇ ਰਹਿਓ ਬਿਖੈ ਰਸ ਭੋਏ,
ਨਹੀਂ ਤੇ ਮਾਇਆ ਦੇ ਵਿਸ਼ਿਆਂ ਦੇ ਰਸ ਵਿੱਚ ਹੀ ਇਹ ਸਾਧ ਸੰਗਤ ਜੀ ਲੱਗਿਆ ਹੋਇਆ। ਕਦਾਚਿਤ ਵੀ ਸਤ ਸੰਗਤ ਨਹੀਂ ਕਰਦਾ, ਸਤਿਗੁਰੂ ਦੀ ਬਾਣੀ ਨਹੀਂ ਪੜ੍ਹਦਾ। ਇਸੇ ਕਰਕੇ ਮਹਾਰਾਜ ਨੇ ਆਖਿਆ ਏ ਕਿ ਤੇਰੇ ਵਿੱਚ ਪਸ਼ੂ ਵਿੱਚ ਕੋਈ ਅੰਤਰ ਨਹੀਂ ਹੈ, ਉਹ ਵੀ ਘਾਹ ਪੱਠਾ ਖਾ ਕੇ ਸੁੱਤੇ ਰਹਿੰਦੇ ਐ। ਮਹਾਰਾਜ ਜੀ ਕਹਿੰਦੇ ਤੂੰ ਵੀ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਕਹਿੰਦੇ ਭੋਜਨ ਪਾਣੀ ਛਕ ਕੇ ਆਖਿਆ ਨਾ ਮਹਾਰਾਜ ਨੇ ਕਿ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਾਬਾਸ। ਜਿਸ ਵਾਹਿਗੁਰੂ ਨੇ ਤੈਨੂੰ ਦੇਣਾ ਕੀਤਾ ਉਹਨੂੰ ਤੇ ਸਾਬਾਸ਼ ਕਹਿੰਦਾ ਹੀ ਨਹੀਂ ਹੈ। ਮਹਾਰਾਜ ਕਹਿੰਦੇ ਵੇਖੋ ਮਾਇਆ ਦੀ ਨੀਂਦ ਵਿੱਚ, ਧੀਆਂ ਪੁੱਤਰਾਂ ਦੀ ਨੀਂਦ ਵਿੱਚ ਐਸਾ ਸੁੱਤਾ ਹੋਇਆ। ਮਹਾਰਾਜ ਕਹਿੰਦੇ ਇਹਨੂੰ ਰਸ ਨਹੀਂ ਆਉਂਦਾ ਵਾਹਿਗੁਰੂ ਦੇ ਨਾਮ ਚੋਂ, ਸਤ ਸੰਗਤ ਵਿੱਚ। ਇਸੇ ਕਰਕੇ ਮਹਾਰਾਜ ਕਹਿੰਦੇ ਇਹ ਸੁੱਤਾ ਹੋਇਆ ਹੈ। ਜਾਗੇਗਾ ਕਦੋਂ? ਜਿਸ ਵੇਲੇ ਸਾਧ ਸੰਗਤ ਜੀ, ਸਤਿਗੁਰੂ ਜੀ ਸਤ ਸੰਗਤ ਪ੍ਰਾਪਤ ਹੋ ਜਾਏਗੀ। ਗੁਰਮੁਖਾਂ ਪਾਸੋਂ ਸਾਧ ਸੰਗਤ ਜੀ ਬਹਿ ਕੇ ਮਹਾਰਾਜ ਦੇ ਅਰਥ ਸੁਣੇਗਾ। ਧੰਨ ਗੁਰੂ ਗੋਬਿੰਦ ਸਿੰਘ ਕਲਗੀਧਰ ਸੁਆਮੀ ਨੇ ਜਿਸ ਵੇਲੇ ਹਜ਼ੂਰ ਸਾਹਿਬ ਆਪਾਂ ਜਾਂਦੇ ਹਾਂ, ਮਹਾਰਾਜ ਸਾਹਿਬ ਨੇ 52 ਹੁਕਮ ਕੀਤੇ ਆ ਉੱਥੇ ਭਾਈ। 52 ਹੁਕਮਾਂ ਵਿੱਚੋਂ ਮਹਾਰਾਜ ਕਹਿੰਦੇ ਹੈ ਕਿ ਭਾਈ ਪੂਰਨ ਗੁਰਸਿੱਖਾਂ ਪਾਸੋਂ ਗੁਰਬਾਣੀ ਦੇ ਅਰਥ ਪੜ੍ਹਨੇ, ਕਿਉਂਕਿ ਬਾਣੀ ਤਾਂ ਆਪਾਂ ਪੜ੍ਹੀ ਜਾਂਦੇ ਹਾਂ ਵੇਖੋ, ਪਰ ਸਾਧ ਸੰਗਤ ਜੀ ਜਿੰਨਾ ਚਿਰ ਉਹਦੀ ਸਮਝ ਨਹੀਂ ਹੈ, ਵਿਚਾਰ ਨਹੀਂ ਅੰਦਰ, ਉਹਨਾਂ ਚਿਰ ਸਾਨੂੰ ਗਿਆਨ ਦੀ ਪ੍ਰਾਪਤੀ ਨਹੀਂ ਹੋਣੀ। ਸਾਧ ਸੰਗਤ ਜੀ ਪੜ੍ਹ ਕੇ ਔਰ ਵਿਚਾਰ ਕੇ ਹੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਕਿ ਮਹਾਰਾਜ ਕਹਿੰਦੇ ਕੀ ਹੈ ਸੁਆਓ। ਸੱਚੇ ਪਾਤਸ਼ਾਹ ਜੀ ਅੱਜ ਅੰਮ੍ਰਿਤ ਵੇਲੇ ਕੀ ਮਹਾਰਾਜ ਹੁਕਮਨਾਮਾ ਵਿੱਚ ਸਮਝਾਉਂਦੇ ਹੈ, ਕਿਹੜਾ ਹੁਕਮਨਾਮਾ ਸਤਿਗੁਰੂ ਜੀ ਸਾਨੂੰ ਬਖਸ਼ਦੇ ਹੈ। ਬੈਠ ਕੇ ਸਰਵਣ ਕਰੀਏ। ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੋਜ਼ ਸਾਨੂੰ ਸਮਝਾਉਂਦੇ ਮੁੱਖ ਵਾਕ ਦੇ ਦੁਆਰਾ। ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਆਪਣੇ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ। ਨਵ ਨਿਤੀ 18 ਸਿੱਧੀ, ਪਿਛੈ ਲਗਿਆ ਫਿਰ ਹੈ। ਜੋ ਹਰ ਹਿਰਦੈ ਸਦਾ ਵਸਾਏ, ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ। ਸਾਧ ਸੰਗਤ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤੀਜੇ ਪਾਤਸ਼ਾਹ। ਸਤਿਗੁਰੂ ਜੀ ਅੱਜ ਅੰਮ੍ਰਿਤ ਵੇਲੇ ਮਹਾਰਾਜ ਜੀ ਨੇ ਜੋ ਮੁੱਖ ਵਾਕ ਬਖਸ਼ਿਆ ਹੈ ਨਾ, ਸੱਚੇ ਪਾਤਸ਼ਾਹ ਜੀ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਇਸ ਪਾਵਨ ਪਵਿੱਤਰ ਮੁੱਖ ਵਾਕ ਵਿੱਚ ਸਮਝਾਉਣਾ ਕਰਦੇ ਹੈ। ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ 22 ਵਾਰਾਂ ਨੇ, ਔਰ ਸੋਰਠ ਦੀ ਜਿਹੜੀ ਵਾਰ ਹੈ ਚੌਥੇ ਪਾਤਸ਼ਾਹ ਦੀ ਵਾਰ ਹੈ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ। ਤੇ ਸਾਧ ਸੰਗਤ ਜੀ ਪਰ ਜਿਹੜੇ ਸ਼ਲੋਕ ਨੇ ਉਹ ਤੀਜੇ ਮਹਾਰਾਜ ਦੀ ਵੀ ਆਏ ਔਰ ਚੌਥੇ ਪਾਤਸ਼ਾਹ ਦੀ ਵੀ ਆਏ ਨੇ। ਇੱਥੇ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸ਼ਲੋਕਾਂ ਦੁਆਰਾ ਸਮਝਾਉਂਦੇ ਹੈ ਸੱਚੇ ਪਾਤਸ਼ਾਹ ਜੀ। ਸਾਧ ਸੰਗਤ ਜੀ ਜਿਸ ਵੇਲੇ ਗੁਰੂ ਅਮਰਦਾਸ ਮਹਾਰਾਜ ਨਾ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਸੁਭਾਏਮਾਨ ਸੀ, ਸੱਚੇ ਪਾਤਸ਼ਾਹ ਜੀ ਦੀ ਇਹ ਆਗਿਆ ਸੀ ਕਿ ਪਹਿਲਾਂ ਪੰਗਤ ਪਾਛੈ ਸੰਗਤ, ਪਹਿਲਾਂ ਪੰਗਤ ਵਿੱਚੋਂ ਭੋਜਨ ਛਕੇ ਤੇ ਫਿਰ ਸਾਡੇ ਦਰਸ਼ਨ ਕਰਨ ਵਾਸਤੇ ਆਵੇ। ਇੱਕ ਸਾਧ ਸੰਗਤ ਜੀ ਬ੍ਰਾਹਮਣ ਹੋਇਆ, ਪੰਡਤ ਹੋਇਆ, ਬੇਣੀ ਨਾਮੇ ਸਾਧ ਸੰਗਤ ਜੀ ਪੰਡਤ ਰਹਿੰਦਾ ਸੀ। ਇਹ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਦਰਸ਼ਨ ਕਰਨ ਵਾਸਤੇ ਆਇਆ ਨਾ, ਤੇ ਮਹਾਰਾਜ ਦਾ ਹੁਕਮ ਸੀ ਕਿ ਪਹਿਲਾਂ ਪੰਗਤ 'ਚ ਬਹਿ ਕੇ ਭੋਜਨ ਛਕਣਾ। ਕਿਤੇ ਅਕਬਰ ਬਾਦਸ਼ਾਹ ਆਇਆ, ਉਹਨੂੰ ਵੀ ਮਹਾਰਾਜ ਨੇ ਇਹੀ ਹੁਕਮ ਕੀਤਾ ਸੀ ਗੁਰਸਿੱਖਾਂ ਨੇ ਕਿ ਸਤਿਗੁਰੂ ਜੀ ਦਾ ਹੁਕਮ ਹੈ ਪਹਿਲਾਂ ਤੂੰ ਪੰਗਤ ਵਿੱਚ ਜਾ ਕੇ ਭੋਜਨ ਛਕ, ਫਿਰ ਤੈਨੂੰ ਮਹਾਰਾਜ ਦਰਸ਼ਨ ਦੇਣਗੇ। ਸਾਧ ਸੰਗਤ ਜੀ ਜਿਸ ਵੇਲੇ ਇਹ ਬ੍ਰਾਹਮਣ ਜਦੋਂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਇਆ ਨਾ, ਤੇ ਜਦੋਂ ਗੁਰਸਿੱਖਾਂ ਨੇ ਆਖਿਆ ਕਿ ਇਹ ਪੰਡਤ ਜੀ ਬ੍ਰਾਹਮਣ ਜੀ ਸੱਚੇ ਪਾਤਸ਼ਾਹ ਦਾ ਇਹ ਹੁਕਮ ਹੈ ਕਿ ਪਹਿਲਾਂ ਪੰਗਤ ਵਿੱਚੋਂ ਭੋਜਨ ਛਕੋ, ਫਿਰ ਜਾ ਕੇ ਗੁਰੂ ਜੀ ਦਰਸ਼ਨ ਦੇਣਗੇ। ਸੱਚੇ ਪਾਤਸ਼ਾਹ ਦਾ ਦਰਸ਼ਨ ਕਰਨ ਦਾ ਫੇਰ ਹੀ ਹੁਕਮ ਹੈ। ਤੇ ਸਾਧ ਸੰਗਤ ਜੀ
ਜਿਸ ਵੇਲੇ ਇਹ ਪੰਗਤ ਵਿੱਚ ਗਿਆ ਨਾ, ਲੰਗਰ ਵਿੱਚ ਜਦੋਂ ਜਾ ਕੇ ਵੇਖਿਆ, ਉੱਤੇ ਸਾਧ ਸੰਗਤ ਜੀ ਉੱਚੀਆਂ ਔਰ ਨੀਵੀਆਂ ਜਾਤਾਂ ਦੇ ਲੋਕ ਬੈਠੇ ਭੋਜਨ ਛਕ ਰਹੇ ਸੀ। ਇਹਨੇ ਮਨ ਵਿੱਚ ਘਿਰਣਾ ਕੀਤੀ ਕਿ ਮੈਂ ਤਾਂ ਬ੍ਰਾਹਮਣ ਹਾਂ, ਮੇਰੀ ਤੇ ਉੱਚੀ ਜਾਤੀ ਹੈ। ਸਾਧ ਸੰਗਤ ਜੀ ਇਹ ਤੇ ਧੰਨ ਗੁਰੂ ਅਮਰਦਾਸ ਮਹਾਰਾਜ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਕਿ ਮਹਾਰਾਜ ਸਾਹਿਬ ਜੀ ਨੇ ਇਹ ਜਿਹੜਾ ਅਖੌਤੀ ਜਾਤਾਂ ਵਾਲਾ ਜਿਹੜਾ ਸਾਧ ਸੰਗਤ ਜੀ, ਇਹ ਸਤਿਗੁਰੂ ਸਾਹਿਬ ਨੇ ਜੂਲਾ ਲਾਉਣਾ ਕੀਤਾ ਮਨੁੱਖਾਂ ਦੇ ਮਨ ਅੰਦਰੋਂ। ਸਾਧ ਸੰਗਤ ਜੀ ਭਾਵੇਂ ਕਿ ਹਜੇ ਵੀ ਤੇ ਹੈ, ਪਰ ਜਿਹੜੇ ਗੁਰਮੁਖ ਨੇ ਸਾਧ ਸੰਗਤ ਜੀ ਔਰ ਤਤ ਬੀਤੇ ਹੈ, ਜਿਨ੍ਹਾਂ ਨੂੰ ਸਮਝ ਆ ਗਈ ਕਿ ਸਭ ਮੈਂ ਜੋਤ ਜੋਤ ਹੈ ਸੋਏ, ਸਾਰਿਆਂ ਵਿੱਚ ਹੀ ਵਾਹਿਗੁਰੂ ਦੀ ਜੋਤ ਹੈ, ਉਹ ਗਰੀਬ ਅਮੀਰ ਸਾਧ ਸੰਗਤ ਜੀ ਉੱਚਾ ਨੀਵਾਂ ਨਹੀਂ ਵੇਖਦੇ। ਇਹ ਜਦੋਂ ਪੰਡਤ ਸਾਧ ਸੰਗਤ ਜੀ ਲੰਗਰ ਵਿੱਚ ਗਿਆ ਨਾ, ਉੱਥੇ ਵੇਖਿਆ ਕਿ ਇੱਥੇ ਬੈਠੇ ਹੈ ਲੋਕ ਉੱਚੀਆਂ ਜਾਤਾਂ ਦੇ, ਨੀਵੀਆਂ ਜਾਤਾਂ ਦੇ, ਮੈਂ ਤੇ ਬ੍ਰਾਹਮਣ ਹਾਂ। ਇਹਨੂੰ ਵਿਦਵਾਨੀ ਦਾ ਮਾਣ ਸੀ ਕਿ ਮੈਂ ਪੰਡਤ ਹਾਂ। ਸੇ ਸਾਧ ਸੰਗਤ ਜੀ ਮੈਂ ਕਰਮ ਕਾਂਢੀ ਹਾਂ ਅਤੇ ਮੇਰਾ ਨਿਯਮ ਟੁੱਟ ਜਾਏਗਾ ਕਿ ਜੇ ਮੈਂ ਭੋਜਨ ਛਕ ਲਿਆ, ਕਿਉਂਕਿ ਨੀਵਿਆਂ ਦੇ ਨਾਲ ਨਹੀਂ ਬਹਿਣਾ, ਭਿੱਟਿਆ ਜਾਵਾਂਗਾ। ਜਿਵੇਂ ਕਹਿੰਦੇ ਆ ਨਾ ਕਿ ਮੱਤ ਭਿੱਟੈ ਵੇ ਮੱਤ ਭਿੱਟੇ, ਇਹ ਅੰਨ ਅਸਾਡਾ ਫਿੱਟੈ, ਤਨ ਫਿੱਟੈ ਫੇਟ ਕਰੇਨ, ਮਨ ਝੂਠੈ ਚੁਲੀ ਭਰੇਨ, ਕਹੋ ਨਾਨਕ ਸੱਚ ਧਿਆਈਐ, ਸੁਚ ਹੋਵੇ ਤਾਂ ਸੱਚ ਪਾਈਐ। ਮਨ ਦੀ ਸੁਚਮਤਾ ਮਹਾਰਾਜ ਨੇ ਆਖੀ ਹੈ ਸਾਧ ਸੰਗਤ ਜੀ, ਮਨ ਤੇ ਸੁੱਚਾ ਨਹੀਂ ਹੈ, ਮਨ ਕਾ ਸੂਤਕ ਲੋਭ ਹੈ, ਜਿਹਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ, ਪਰ ਤਰਿਆ ਪਰ ਧਨ ਰੂਪ। ਮਹਾਰਾਜ ਕਹਿੰਦੇ ਬ੍ਰਾਹਮਣ ਜੀ ਉੱਪਰੋਂ ਹੀ ਤੁਸੀਂ ਤੀਰਥਾਂ 'ਤੇ ਨਹਾਉਂਦੇ ਹੋ, ਮਨ ਦਾ ਤੇ ਤੁਹਾਡਾ ਝੂਠਾ ਹੀ ਹੈ, ਕਿਉਂਕਿ ਮਨ ਵਿੱਚ ਤਾਂ ਲੋਭ ਹੈ। ਸਾਧ ਸੰਗਤ ਜੀ ਮਹਾਰਾਜ ਕਹਿੰਦੇ ਮਨ ਕਾ ਸੂਤਕ ਲੋਭ ਹੈ, ਜਿਹਵਾ ਸੂਤਕ ਕੂੜ, ਤੇ ਜਿਹੜੀ ਜੀਭ ਹੈ ਤੇ ਮਹਾਰਾਜ ਕਹਿੰਦੇ ਝੂਠ ਬੋਲ ਕੇ ਝੂਠੀ ਹੋ ਗਈ। ਪੰਡਤ ਜੀ ਕਾਹਦੇ ਸੋਚੇ ਹੋ ਤੁਸੀਂ? ਉਸ ਵੇਲੇ ਸਾਧ ਸੰਗਤ ਜੀ ਨੇ ਜਦੋਂ ਮਨ ਵਿੱਚ ਇਉਂ ਵਿਚਾਰ ਕੀਤੀ ਹੈ ਨਾ ਕਿ ਮੈਂ ਤੇ ਬ੍ਰਾਹਮਣ ਹਾਂ ਤੇ ਮੈਂ ਇਹਨਾਂ ਨਾਲ ਬਹਿ ਕੇ ਭੋਜਨ ਛਕਾਂ, ਔਰ ਸਿੱਖਾਂ ਨੇ ਇਹ ਆਖਿਆ ਕਿ ਮਹਾਰਾਜ ਦਾ ਹੁਕਮ ਹੈ ਜਿਹੜਾ ਲੰਗਰ ਛਕੇ ਬਗੈਰ ਦਰਸ਼ਨ ਨਹੀਂ ਹੋ ਸਕਦੇ ਮਹਾਰਾਜ ਦੇ। ਜੇ ਸਾਧ ਸੰਗਤ ਜੀ ਇਉਂ ਫਿਰ ਬੇਣੀ ਪੰਡਤ ਸਿੱਖਾਂ ਨੂੰ ਇਹ ਕਹਿ ਕੇ ਚਲਿਆ ਗਿਆ ਕਿ ਮੈਂ ਚਤੁਰਭੁਜ ਦੇ ਦਰਸ਼ਨ ਕਰਦਾ ਹਾਂ। ਚਤੁਰਭੁਜ ਜਿਹੜਾ ਭਗਵਾਨ ਹੈ। ਜਦੋਂ ਸਾਧ ਸੰਗਤ ਜੀ ਬੇਣੀ ਪੰਡਤ ਇਉਂ ਕਹਿ ਕੇ ਸਿੱਖਾਂ ਨੂੰ ਵਰਗਲਾ ਕੇ ਚਲਿਆ ਗਿਆ, ਵਾਪਸ ਮੁੜਿਆ ਤੇ ਸਾਧ ਸੰਗਤ ਜੀ ਇਹਨੇ ਮਹਾਰਾਜ ਦੇ ਦਰਸ਼ਨ ਨਹੀਂ ਕੀਤੇ ਸੱਚੇ ਪਾਤਸ਼ਾਹ ਜੀ ਦੇ। ਜਦੋਂ ਸਾਧ ਸੰਗਤ ਜੀ ਦਰਸ਼ਨ ਨਹੀਂ ਨਾ ਕੀਤੇ, ਇਹ ਚਤੁਰਭੁਜੀ ਦਾ ਉਪਾਸ਼ਕ ਸੀ ਸਾਧ ਸੰਗਤ ਜੀ। ਉਸ ਵੇਲੇ ਸਾਧ ਸੰਗਤ ਜੀ ਚਤੁਰਭੁਜੀ ਦੇ ਇਹਨੂੰ ਦਰਸ਼ਨ ਨਹੀਂ ਹੋਏ। ਸਾਧ ਸੰਗਤ ਜਦੋਂ ਦਰਸ਼ਨ ਨਾ ਹੋਏ, ਇਹ ਸਾਧ ਸੰਗਤ ਜੀ ਮਨ ਵਿੱਚ ਵਿਚਾਰ ਕੀਤੀ ਹੈ ਬ੍ਰਾਹਮਣ ਨੇ ਕਿ ਮੈਨੂੰ ਅੱਗੇ ਤਾਂ ਚਤੁਰਭੁਜੀ ਭਗਵਾਨ ਦੇ ਦਰਸ਼ਨ ਹੁੰਦੇ ਸੀ, ਪਰ ਮੈਨੂੰ ਇਸ ਵੇਲੇ ਦਰਸ਼ਨ ਨਹੀਂ ਹੋਏ। ਇਹਨੇ ਮਨ ਵਿੱਚ ਇਉਂ ਵਿਚਾਰ ਕੀਤੇ ਕਿ ਮੈਂ ਸਤਿਗੁਰਾਂ ਦੇ ਦਰਸ਼ਨ ਨਹੀਂ ਕੀਤੇ। ਸਾਧ ਸੰਗਤ ਜੀ ਉਸ ਵੇਲੇ ਇਹ ਸਾਧ ਸੰਗਤ ਜੀ ਪੰਡਤ ਬ੍ਰਾਹਮਣ ਨੂੰ ਆਕਾਸ਼ਬਾਣੀ ਹੋਈ ਹੈ ਕਿ ਜਿਸ ਵਾਹਿਗੁਰੂ ਦੇ ਤੂੰ ਦਰਸ਼ਨ ਕਰਨਾ ਚਾਹੁੰਦਾ ਨਾ, ਉਹਦੇ ਗੋਇੰਦਵਾਲ ਸਾਹਿਬ ਵਿੱਚ ਬੈਠੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਜਦੋਂ ਸਾਧ ਸੰਗਤ ਜੀ ਆਕਾਸ਼ਬਾਣੀ ਦੁਆਰਾ ਇਹਨੂੰ ਬਚਨ ਹੋਇਆ, ਉਸ ਵੇਲੇ ਸਾਧ ਸੰਗਤ ਜੀ ਇਹ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਗਿਆ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ। ਅਤੇ ਸਾਧ ਸੰਗਤ ਜੀ ਅਤੇ ਜਦੋਂ ਇਹ ਫੇਰ ਹੁਣ ਉੱਥੇ ਉਹੀ ਫੇਰ ਸਾਧ ਸੰਗਤ ਜੀ ਸਿੱਖਾਂ ਨੇ ਆਖਿਆ ਕਿ ਬ੍ਰਾਹਮਣ ਜੀ ਤੁਸੀਂ ਫੇਰ ਆ ਗਏ, ਅਤੇ ਮਹਾਰਾਜ ਦਾ ਹੁਕਮ ਤਾਂ ਉਹੀ ਹੈ ਕਿ ਪਹਿਲਾਂ ਪੰਗਤ ਵਿੱਚ ਭੋਜਨ ਛਕ, ਫਿਰ ਤੈਨੂੰ ਸਤਿਗੁਰੂ ਜੀ ਦਰਸ਼ਨ ਦੇਣਗੇ। ਅਤੇ ਸਾਧ ਸੰਗਤ ਜੀ ਜਦੋਂ ਫਿਰ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਧੇ ਹੀ ਦਰਸ਼ਨ ਕਰਨ ਚਲਿਆ ਗਿਆ। ਇਹ ਕਹਿੰਦਾ ਕਿ ਮੇਰਾ ਬ੍ਰਾਹਮਣਪੁਣਾ ਚਲਿਆ ਜਾਏਗਾ ਜੇ ਮੈਂ ਨੀਵਿਆਂ ਦੇ ਨਾਲ ਜਾ ਕੇ ਭੋਜਨ ਛਕ ਲਿਆ। ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਜਿਸ ਵੇਲੇ ਦਰਸ਼ਨ ਕੀਤੇ ਨਾ, ਉਸ ਵੇਲੇ ਅੰਤਰਜਾਮੀ ਸਤਿਗੁਰੂ ਜੀ ਜਾਣ ਗਏ ਕਿ ਇਹ ਜਿਹੜਾ ਬ੍ਰਾਹਮਣ ਹੈ ਇਹ ਹੰਕਾਰੀ ਹੈ। ਸਾਧ ਸੰਗਤ ਜੀ ਉਸ ਵੇਲੇ ਮਹਾਰਾਜ ਨੇ ਇਹ ਮੁੱਖ ਵਾਕ ਉਚਾਰਨ ਕੀਤਾ ਜੋ ਅੰਮ੍ਰਿਤ ਵੇਲੇ ਆਇਆ ਹੈ। ਸਾਧ ਸੰਗਤ ਜੀ ਮਹਾਰਾਜ ਦੇ ਕੋਲ ਆ ਕੇ ਬਹਿ ਗਿਆ ਦਰਸ਼ਨ ਕਰਨ ਵਾਸਤੇ, ਫਿਰ ਸੱਚੇ ਪਾਤਸ਼ਾਹ ਜੀ ਦਾ ਮਾਣ ਲਾਉਣ ਵਾਸਤੇ, ਇਹਦਾ ਹੰਕਾਰ ਦੂਰ ਕਰਨ ਵਾਸਤੇ ਬਚਨ ਉਚਾਰਨ ਕਰਦੇ ਹੈ। ਸਾਧ ਸੰਗਤ ਜੀ ਕਦਾਚਿਤ ਵੀ ਜਾਤੀ ਦਾ, ਕੁੱਲ ਦਾ, ਜਵਾਨੀ ਦਾ, ਧਨ ਦਾ, ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 52 ਹੁਕਮਾਂ ਵਿੱਚੋਂ ਵੀ ਇਹ ਹੁਕਮ ਕੀਤਾ ਹੈ ਕਿ ਭਾਈ ਮਾਣ ਨਹੀਂ ਕਰਨਾ ਧਨ ਦਾ, ਦੌਲਤ ਦਾ, ਕਿਉਂਕਿ ਵਾਹਿਗੁਰੂ ਦੀ ਸੱਚੇ ਪਾਤਸ਼ਾਹ ਜੀ ਦੀ ਦਾਤ ਹੈ। ਇਹ ਤਨ ਤੇ ਹੈ ਹੀ ਮਹਾਰਾਜ ਸਾਹਿਬ ਦਾ, ਕਿਉਂਕਿ ਉਹਦੀ ਆਗਿਆ ਨਾਲ ਹੀ ਦੁਨੀਆ 'ਤੇ ਆਇਆ ਹੈ।
ਸਾਧ ਸੰਗਤ ਜੀ ਇਸੇ ਕਰਕੇ ਧਨ ਵੀ ਪਰਮੇਸ਼ਰ ਦਾ ਹੀ ਹੈ। ਇਹ ਸਤਿਗੁਰੂ ਸਾਹਿਬ ਜੀ ਨੇ ਤੈਨੂੰ ਦੇਣਾ ਦਿੱਤਾ ਵਰਤਨ ਵਾਸਤੇ। ਪਰ ਜੇ ਕੋਈ ਇਹਦਾ ਮਾਨ ਹੰਕਾਰ ਕਰੇ ਕਿ ਮੇਰੇ ਪਾਸ ਬਹੁਤਾ ਧਨ ਹੈ, ਬਹੁਤੀ ਮਾਇਆ ਹੈ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੋ ਮੂਰਖ ਅੰਧਾ ਅਗਿਆਨ ਧਨ ਭੂਮ ਕਾ ਜੋ ਕਰੇ ਗੁਮਾਨ। ਜਿਹੜਾ ਮਾਇਆ ਦਾ ਭੂਮੀ ਦਾ ਮਾਣ ਕਰੇ ਉਹਦੇ ਹੰਕਾਰ, ਸੱਚੇ ਪਾਤਸ਼ਾਹ ਕਹਿੰਦੇ ਮੂਰਖ ਅੰਨਾ ਅਗਿਆਨੀ ਵੀ ਹੈ। ਇਸ ਕਰਕੇ ਸਾਧ ਸੰਗਤ ਜੀ ਕਦਾਚਿਤ ਵੀ ਮਾਨ ਹੰਕਾਰ ਨਹੀਂ ਕਰਨਾ ਚਾਹੀਦਾ। ਮਾਣ ਨੂੰ ਤੇ ਜੋੜਿਆਂ ਦੇ ਨਾਲ ਹੀ ਲਾਹ ਦੇਣਾ ਚਾਹੀਦਾ। ਜਿਸ ਵੇਲੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਉਣੇ ਆ ਨਾ ਗੁਰੂ ਘਰ ਵਿਖੇ, ਜਿੱਥੇ ਸਾਧ ਸੰਗਤ ਜੀ ਜੋੜੇ ਲਾਉਣੇ ਹਾਂ, ਉੱਥੇ ਮਾਣ ਹੰਕਾਰ ਲਾਹ ਦਿਆ ਕਰੀਏ। ਸਤਿਗੁਰੂ ਸਾਹਿਬ ਦੇ ਕੋਲ ਤੇ ਸਾਧ ਸੰਗਤ ਜੀ ਜੀਰੋ ਹੀ ਬਣ ਕੇ ਆਉਣਾ ਚਾਹੀਦਾ ਕਿ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਮੈਂ ਤੇ ਕੁਝ ਵੀ ਨਹੀਂ ਹਾਂ। ਉਸ ਵੇਲੇ ਸਤਿਗੁਰੂ ਦੀ ਕਿਰਪਾ ਹੁੰਦੀ ਹੈ। ਸਾਧ ਸੰਗਤ ਜਿਸ ਵੇਲੇ ਪੰਡਤ ਬ੍ਰਾਹਮਣ ਮਹਾਰਾਜ ਦੇ ਕੋਲ ਆਇਆ, ਉਹਦਾ ਮਾਣ ਹੰਕਾਰ ਲਾਉਣ ਵਾਸਤੇ ਮਹਾਰਾਜ ਜੀ ਬਚਨ ਉਚਾਰਨ ਕਰਦੇ ਹਨ। ਸ਼ਲੋਕ ਮਹੱਲਾ ਤੀਜਾ। ਸਾਧ ਸੰਗਤ ਜੀ ਸਲੋਕਾਂ ਦੁਆਰਾ ਸਮਝਾਉਂਦੇ ਮਹੱਲਾ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ। ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹੈ ਕਿ ਭਾਈ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ। ਜਦੋਂ ਸਾਧ ਸੰਗਤ ਜੀ ਮਹਾਰਾਜ ਦੇ ਦਰਸ਼ਨ ਕਰਨ ਬ੍ਰਾਹਮਣ ਆਇਆ ਨਾ, ਮਹਾਰਾਜ ਕਹਿੰਦੇ ਆਓ ਬ੍ਰਾਹਮਣ ਜੀ ਤੁਸੀਂ ਭੋਜਨ ਕਿਉਂ ਨਹੀਂ ਛਕਿਆ? ਕਹਿੰਦਾ ਮਹਾਰਾਜ ਜੀ ਮੈਂ ਬ੍ਰਾਹਮਣ ਹਾਂ। ਮਹਾਰਾਜ ਉਸ ਵੇਲੇ ਹੱਸ ਕੇ ਕਹਿਣ ਲੱਗੇ ਬ੍ਰਾਹਮਣ ਜੀ ਅਸਲ ਵਿੱਚ ਬ੍ਰਾਹਮਣ ਉਹ ਹੈ ਬ੍ਰਹਮ ਬਿੰਦੈ। ਬ੍ਰਹਮ ਨਾਮ ਹੈ ਪਰਮੇਸ਼ਰ ਦਾ, ਜਿਹੜਾ ਸਾਧ ਸੰਗਤ ਜੀ ਵਿਆਪਕ ਹੈ। ਤੁਸੀਂ ਬਾਣੀ ਪੜ੍ਹਦੇ ਹੋ ਤੇ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ ਸਾਧ ਸੰਗਤ ਜੀ ਪਾਰ ਬ੍ਰਹਮ ਲਫ਼ਜ਼ ਬਹੁਤ ਵਾਰੀ ਆਇਆ। ਤੁਸੀਂ ਰਹਿਰਾਸ ਸਾਹਿਬ ਦਾ ਜਾਪ ਕਰੋਗੇ ਜਾਂ ਹੋਰ ਬਾਣੀ ਪੜ੍ਹੋਗੇ, ਸ਼੍ਰੀ ਸੁਖਮਣੀ ਸਾਹਿਬ ਦੀ ਪਵਿੱਤਰ ਬਾਣੀ ਪੜ੍ਹੋਗੇ, ਪਾਰ ਬ੍ਰਹਮ ਲਫ਼ਜ਼ ਆਇਆ ਹੈ ਬਾਣੀ ਦੇ ਵਿੱਚ। ਬ੍ਰਹਮ ਲਫ਼ਜ਼ ਦਾ ਭਾਵ ਹੈ ਵਿਆਪਕ ਹੈ ਜਿਹੜਾ ਪਰਮੇਸ਼ਰ ਸਾਰਿਆਂ ਥਾਵਾਂ 'ਤੇ। ਜਿਵੇਂ ਸਾਧ ਸੰਗਤ ਜੀ ਹਵਾ ਵਿਆਪਕ ਹੈ ਨਾ, ਸਾਰਿਆਂ ਥਾਵਾਂ 'ਤੇ ਲੱਗਦੀ ਹੈ ਹਵਾ। ਆ ਵੇਖੋ ਤੁਸੀਂ ਦਰਬਾਰ ਸਾਹਿਬ 'ਚ ਬੈਠੋ, ਇੱਥੇ ਵੀ ਹਵਾ ਤੁਹਾਨੂੰ ਲੱਗ ਰਹੀ ਹੈ, ਸਾਹ ਲੈ ਰਹੇ ਹੋ, ਬਾਹਰ ਜਾਵੋਗੇ ਉੱਥੇ ਵੀ ਹਵਾ ਲੱਗੇਗੀ। ਹਵਾ ਵਿਆਪਕ ਹੈ ਔਰ ਆਕਾਸ਼ ਵੀ ਵਿਆਪਕ ਹੈ। ਜਿੱਥੇ ਮਰਜ਼ੀ ਚਲੇ ਜਾਓ ਆਕਾਸ਼ ਤੁਹਾਨੂੰ ਦਿਸੇਗਾ ਹੀ ਦਿਸੇਗਾ। ਔਰ ਇਸੇ ਕਰਕੇ ਪਰਮਾਤਮਾ ਵੀ ਵਿਆਪਕ ਹੈ। ਸਾਧ ਸੰਗਤ ਜੀ ਸਤਿਗੁਰੂ ਜੀ ਨੇ ਆਖਿਆ ਨਾ ਕਿ ਸਭ ਮੈਂ ਜੋਤ ਜੋਤ ਹੈ ਸੋਏ। ਸਾਰਿਆਂ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਜੋਤ ਹੈ, ਉਹ ਵਿਆਪਕ ਹੈ ਭਾਈ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਬ੍ਰਾਹਮਣ ਜੀ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਨਾਲ, ਮਹਾਰਾਜ ਦੇ ਸਾਧ ਸੰਗਤ ਜੀ ਬਚਨਾਂ ਦੇ ਨਾਲ, ਉਹ ਬਚਨਾਂ ਨੂੰ ਪੜ੍ਹ ਕੇ ਮੰਨ ਕੇ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਨੂੰ ਜਾਣ ਲਵੇ। ਬ੍ਰਹਮ ਨਾਮ ਪਰਮੇਸ਼ਰ ਦਾ ਬਿੰਦੇ ਦਾ ਭਾਵ ਹੁੰਦਾ ਜਾਣਨਾ। ਮਹਾਰਾਜ ਕਹਿੰਦੇ ਭਾਈ ਜੇ ਕੋਈ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਨੂੰ ਜਾਣ ਲਵੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦਾ ਹੀ ਬ੍ਰਾਹਮਣਪੁਣਾ ਰਹਿੰਦਾ, ਉਹੀ ਅਸਲ ਵਿੱਚ ਬ੍ਰਾਹਮਣ ਹੈ, ਕੋਈ ਜਾਤ ਕਰਕੇ ਬ੍ਰਾਹਮਣ ਨਹੀਂ ਹੈ। ਸਾਧ ਸੰਗਤ ਜੀ ਇਸੇ ਕਰਕੇ ਜੇ ਕਬੀਰ ਸਾਹਿਬ ਜੀ ਨੇ ਆਖਿਆ ਸੀ ਨਾ, ਮਹਾਰਾਜ ਸਾਹਿਬ ਜੀ ਕਹਿੰਦੇ ਬ੍ਰਹਮ ਬਿੰਦੇ ਤਿਸ ਦਾ, ਸਤਿਗੁਰੂ ਭਗਤ ਕਬੀਰ ਸਾਹਿਬ ਨੇ ਆਖਿਆ ਸੀ ਨਾ ਕਿ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ। ਜੇ ਤੂੰ ਕਹਿਣਾ ਕਿ ਮੈਂ ਬ੍ਰਾਹਮਣ ਹਾਂ, ਤੂੰ ਹੋਰ ਰਾਸਤੇ ਕਿਉਂ ਨਹੀਂ ਆਇਆ? ਤੂੰ ਵੀ ਤੇ ਉਸੇ ਰਾਸਤੇ ਆਇਆ ਜਿਸ ਰਾਸਤੇ ਦੁਨੀਆ ਸਾਰੀ ਆਉਂਦੀ ਹੈ। ਤਾਂ ਮਹਾਰਾਜ ਕਹਿਣ ਲੱਗੇ ਭਾਈ ਇਸੇ ਕਰਕੇ ਬ੍ਰਾਹਮਣ ਤਾਂ ਉਹੀ ਹੈ, ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਅਸਲ ਵਿੱਚ ਤਾਂ ਬ੍ਰਾਹਮਣ ਉਹੀ ਹੈ ਭਾਈ ਜਿਹੜਾ ਬ੍ਰਹਮ ਦੀ ਵਿਚਾਰ ਕਰੇ, ਪਰਮੇਸ਼ਰ ਦੀ ਵਿਚਾਰ ਕਰੇ। ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਹੈ ਕਿ ਭਾਈ ਜਿਹੜਾ ਬ੍ਰਾਹਮਣ ਹੈ ਅਸਲ ਵਿੱਚ ਉਹ ਬ੍ਰਾਹਮਣ ਹੈ ਜਿਸ ਨੇ ਵਾਹਿਗੁਰੂ ਜੀ ਨੂੰ ਜਾਣ ਲਿਆ, ਜਿਸ ਨੇ ਸਾਧ ਸੰਗਤ ਜੀ ਸਾਰਿਆਂ ਦੇ ਵਿੱਚ ਇੱਕ ਜੋਤ ਕਰਕੇ ਜਾਣਿਆ ਹੈ। ਇਸੇ ਕਰਕੇ ਤੂੰ ਉਹਨੂੰ ਬ੍ਰਹਮ ਗਿਆਨੀ ਕਹਿੰਦੇ ਆ। ਤਾਂ ਮਹਾਰਾਜ ਕਹਿੰਦੇ ਨੇ ਕਿ ਬ੍ਰਹਮ ਗਿਆਨੀ ਸਦਾ ਸਮਦਰਸ਼ੀ। ਸਮਦਰਸ਼ੀ ਦਾ ਭਾਵ ਹੁੰਦਾ ਹੈ ਕਿ ਗਰੀਬ ਅਮੀਰ ਵਿੱਚ ਇੱਕ ਹੀ ਵੇਖਣਾ ਵਾਹਿਗੁਰੂ ਨੂੰ, ਉਹਦੇ ਨਾਲ ਘਿਰਣਾ ਨਹੀਂ ਕਰਨੀ। ਇਹ ਨਹੀਂ ਵੇਖਣਾ ਕਿ ਨੀਵੀਂ ਜਾਤੀ ਦਾ ਮੇਰੇ ਕੋਲ ਬੈਠਾ ਹੈ, ਵੱਡੀ ਜਾਤੀ ਦਾ ਬੈਠਾ ਹੈ। ਸਾਧ ਸੰਗਤ ਜੀ ਮਹਾਰਾਜ ਕਹਿੰਦੇ ਇੱਕ ਜੋਤ ਵਾਹਿਗੁਰੂ ਪਰਮੇਸ਼ਰ ਨੂੰ ਵੇਖਣਾ ਹੀ ਅਸਲ ਵਿੱਚ ਬ੍ਰਾਹਮਣਪੁਣਾ ਹੈ। ਮਹਾਰਾਜ ਕਹਿੰਦੇ ਉਹਦਾ ਹੀ ਬ੍ਰਾਹਮਣਪੁਣਾ ਰਹਿੰਦਾ ਹੈ। ਅਸਲ ਵਿੱਚ ਉਹੀ ਬ੍ਰਾਹਮਣ ਹੈ ਭਾਈ ਜਿਹੜਾ ਵਾਹਿਗੁਰੂ ਪਰਮੇਸ਼ਰ ਨੂੰ ਜਾਣਦਾ ਹੈ। ਏਕ ਸ਼ਬਦ ਲੈਵ ਲਾਏ। ਏਕ ਸ਼ਬਦ, ਸ਼ਬਦ ਕੀ ਹੈ? ਸਾਧ ਸੰਗਤ ਜੀ ਸੱਚੇ ਪਾਤਸ਼ਾਹ ਦਾ ਮੰਤਰ, ਸਤਿਗੁਰੂ ਜੀ ਦੀ ਬਾਣੀ,
ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਾਧ ਸੰਗਤ ਜੀ ਜਿਹੜਾ ਉਸ ਨਿਰੰਕਾਰ ਦੇ ਸ਼ਬਦ ਵਿੱਚ ਬਾਣੀ ਵਿੱਚ ਲਿਵ ਲਾਈ ਰੱਖਦਾ ਮਨ ਨੂੰ ਸਦਾ ਹੀ ਸਾਧ ਸੰਗਤ ਜੀ, ਔਰ ਜਿਹਦੇ ਮਨ ਨੂੰ ਵਾਹਿਗੁਰੂ ਜੀ ਦੇ ਸੱਚੇ ਪਾਤਸ਼ਾਹ ਦੇ ਸ਼ਬਦ ਦੀ ਉਟੇਕ ਹੈ। ਸਾਧ ਸੰਗਤ ਜੀ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਮੋ ਮੰਤਰ ਮੰਤਰੇ, ਹੇ ਅਕਾਲ ਪੁਰਖ ਵਾਹਿਗੁਰੂ ਜੀ ਸਾਰਿਆਂ ਮੰਤਰਾਂ ਤੋਂ ਤੁਹਾਡਾ ਵੱਡਾ ਮੰਤਰ ਹੈ, ਸਾਰੇ ਮੰਤਰ ਤੇਰੇ ਮੰਤਰ ਵਿੱਚ ਸਮਾ ਜਾਂਦੇ ਹੈ। ਸੱਚੇ ਪਾਤਸ਼ਾਹ ਜੀ ਨਮੋ ਜੰਤਰ ਜੰਤਰੇ, ਸਾਰੇ ਜਿਹੜੇ ਜੰਤਰ ਮੰਤਰ ਤੰਤਰ ਤੂੰ ਹੀ ਹੈ ਮਹਾਰਾਜ, ਤੁਹਾਡਾ ਨਾਮ ਹੀ ਹੈ। ਇਸੇ ਕਰਕੇ ਤੇ ਜਿਹੜਾ ਪੂਰਨ ਗੁਰਸਿੱਖ ਹੈ ਜੰਤਰਾਂ ਮੰਤਰਾਂ ਤੰਤਰਾਂ ਵਿੱਚ ਧਿਆਨ ਨਹੀਂ ਰੱਖਦਾ ਸਾਧ ਸੰਗਤ ਜੀ, ਉਹਨੂੰ ਅਕਾਲ ਪੁਰਖ ਵਾਹਿਗੁਰੂ ਦੇ ਮੰਤਰ ਵਿੱਚ ਹੀ ਧਿਆਨ ਰਹਿੰਦਾ। ਕਹਿੰਦੇ ਨਾ ਮਹਾਰਾਜ ਕਿ ਪਾਏ ਕਹੇ ਜਬ ਤੇ ਤੁਮਰੇ ਤਬ ਤੇ ਕੂ ਆਂਖ ਤੇਰੇ ਨਹੀਂ ਆਨੇ। ਸੱਚੇ ਪਾਤਸ਼ਾਹ ਜੀ ਇਹ ਅੱਖ ਫਿਰ ਹੋਰ ਕਿਸੇ ਨੂੰ ਨਹੀਂ ਵੇਖੇਗੀ, ਕੇਵਲ ਤੁਹਾਨੂੰ ਹੀ ਵੇਖਿਆ ਇਹਨੇ, ਉਹ ਪੂਰਨ ਗੁਰਸਿੱਖ ਹੈ ਸਾਧ ਸੰਗਤ ਜੀ। ਮਹਾਰਾਜ ਕਹਿੰਦੇ ਨੇ ਏਕ ਸ਼ਬਦ ਲਿਵ ਲਾਏ। ਤੇ ਭਾਈ ਜੋ ਤੁਸੀਂ ਬਾਣੀ ਪੜ੍ਹੋਗੇ ਸੁਣੋਗੇ ਮਹਾਰਾਜ ਇੱਕ ਸ਼ਬਦ ਦੀ ਗੱਲ, ਇੱਥੇ ਦੋ ਨਹੀਂ ਆਖੇ ਵੀ ਇੱਕ ਗੁਰੂ ਦਾ ਲੈ ਲਈ, ਇੱਕ ਕਿਸੇ ਪੀਰ ਦਾ, ਕਿਸੇ ਦੇਵੀ ਦੇਵਤੇ ਦਾ ਲੈ ਲਈ। ਮਹਾਰਾਜ ਕਹਿੰਦੇ ਏਕ ਸ਼ਬਦ ਲਿਵ ਲਾਏ। ਸਾਧ ਸੰਗਤ ਜਿਹੜਾ ਵਾਹਿਗੁਰੂ ਇੱਕ ਹੈ, ਉਹ ਨਿਰੰਕਾਰ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਵਿੱਚ ਜਿਹਨੇ ਲਿਵ ਲਾਈ ਹੈ ਨਾ, ਉਹੀ ਬ੍ਰਹਮਣ ਹੈ। ਮਹਾਰਾਜ ਕਹਿੰਦੇ ਜਿਸ ਨੇ ਵਾਹਿਗੁਰੂ ਜੀ ਨੂੰ ਜਾਣ ਲਿਆ, ਸੱਚੇ ਪਾਤਸ਼ਾਹ ਨੂੰ ਜਿਹਨੂੰ ਜਾਣਿਆ ਨਾ, ਦੇਖੋ ਸਾਧ ਸੰਗਤ ਜੀ ਮੁਸਲਮਾਨ ਪੀਰ ਬੁੱਧੂ ਸ਼ਾਹ ਜੀ ਵਰਗੇ ਹੋਏ, ਬ੍ਰਹਮ ਗਿਆਨੀ ਆਤਮਿਕ ਗਿਆਨੀ ਸਾਈਂ ਮੀਆਂ ਮੀਰ ਵਰਗੇ, ਜਿਨ੍ਹਾਂ ਨੇ ਵੇਖਿਆ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਪ੍ਰਤੱਖ ਹਰੀ ਹੈ, ਪ੍ਰਤੱਖ ਵਾਹਿਗੁਰੂ ਹੈ। ਸਾਧ ਸੰਗਤ ਜੀ ਭਾਵੇਂ ਮੁਸਲਮਾਨ ਧਰਮ ਦੇ ਹੋਏ ਹੈ, ਪਰ ਵੇਖੋ ਧਰਮ ਕੀ ਦੱਸਦਾ ਹੈ। ਧਰਮ ਸਾਧ ਸੰਗਤ ਜੀ ਇੱਕ ਸਰੂਪ ਸਾਰਿਆਂ ਵਿੱਚ ਪ੍ਰਮਾਤਮਾ ਨੂੰ ਵੇਖਣ ਦੀ ਜਿਹੜੀ ਉਹ ਸਾਧ ਸੰਗਤ ਜੀ ਤਾਕਤ ਹੈ ਨਾ, ਉਹ ਦੱਸਦਾ ਮਹਾਰਾਜ। ਸੱਚੇ ਪਾਤਸ਼ਾਹ ਧਰਮ ਇਹ ਦੱਸਦਾ ਹੈ ਕਿ ਸਾਰਿਆਂ ਵਿੱਚ ਵਾਹਿਗੁਰੂ ਦੀ ਜੋਤ ਹੈ, ਸਾਰੇ ਹੀ ਵਾਹਿਗੁਰੂ ਤੋਂ ਪੈਦਾ। ਧਰਮ ਇਹ ਦੱਸਦਾ, ਧਰਮ ਕਦੇ ਸਾਧ ਸੰਗਤ ਜੀ ਤੋੜਦਾ ਨਹੀਂ ਹੁੰਦਾ, ਧਰਮ ਤੇ ਜੋੜਦਾ ਹੀ ਹੈ। ਇਸੇ ਕਰਕੇ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਦੇ ਦੇਖੋ ਕਿੰਨੇ ਹੀ ਗੁਰਸਿੱਖ ਹੋਏ ਨੇ, ਉਹ ਚਾਹੇ ਬ੍ਰਾਹਮਣ ਹੋਣ ਚਾਹੇ ਮੁਸਲਮਾਨ ਹੋਣ, ਜਿਨ੍ਹਾਂ ਨੇ ਇਹ ਜਾਣ ਲਿਆ ਕਿ ਸੱਚੇ ਪਾਤਸ਼ਾਹ ਜੀ ਹੀ ਪੂਰਨ ਪਰਮੇਸ਼ਰ ਨੇ। ਸਾਧ ਸੰਗਤ ਜੀ ਮਹਾਰਾਜ ਕਹਿੰਦੇ ਜਿਹੜੇ ਫਿਰ ਭਾਈ ਵਾਹਿਗੁਰੂ ਦੇ ਨਾਮ ਵਿੱਚ ਲਿਵ ਲਾ ਕੇ ਰੱਖਦੇ ਨੇ, ਅਸਲ ਵਿੱਚ ਉਹੀ ਬ੍ਰਾਹਮਣ ਹੈ ਭਾਈ। ਨਾਮ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਕਿ ਜਿਹੜੀਆਂ 9 ਨਿਧੀਆਂ ਨੇ ਭਾਈ, 18 ਸਿੱਧੀਆਂ ਨੇ, ਇਹ ਕਰਾਮਾਤਾਂ ਨੇ ਜਿਹੜੀਆਂ ਸਾਧ ਸੰਗਤ ਜੀ ਵੱਡਾ ਹੋ ਜਾਣਾ, ਛੋਟਾ ਹੋ ਜਾਣਾ, ਅੰਤਰਜਾਮਤਾ ਹੋ ਜਾਣੀ, ਭੁੱਖ ਨਾ ਲੱਗਣੀ, ਤ੍ਰੇਹ ਨਾ ਲੱਗਣੀ, ਸਾਧ ਸੰਗਤ ਜੀ ਮੌਸਮ ਦੇ ਅਨੁਕੂਲ ਰਹਿਣਾ, ਭਾਵ ਮੌਸਮ ਉਸਣ ਸੀਤ ਸਮਸਰ ਸਭ ਤਾ ਕੇ, ਜਿਵੇਂ ਪੰਜਵੇਂ ਪਾਤਸ਼ਾਹ ਜੀ ਵੀ ਕਹਿੰਦੇ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ 52 ਅੱਖਰੀ ਵਿੱਚ ਬਚਨ ਉਚਾਰਨ ਕਰਦੇ। ਉਸਣ ਨਾਮ ਸਾਧ ਸੰਗਤ ਜੀ ਗਰਮੀ ਦਾ ਹੈ, ਸੀਤ ਨਾਮ ਠੰਡ ਦਾ ਹੈ, ਸਮਸਰ ਸਭ ਤਾ ਕੇ। ਸਾਧ ਸੰਗਤ ਜੀ ਆਤਮਿਕ ਗਿਆਨੀ ਨੂੰ ਇਹ ਇੱਕ ਸਮਾਨ ਹੀ ਲੱਗਦੀ ਹੈ। ਇਸੇ ਕਰਕੇ ਤੇ ਪੰਜਵੇਂ ਪਾਤਸ਼ਾਹ ਤੱਤੀਆਂ ਤਵੀਆਂ ਤੇ ਬਹਿ ਗਏ ਨਾ। ਫਿਰ ਵੇਖੋ ਸਾਧ ਸੰਗਤ ਜੀ ਦੇਖੋ ਅੱਗੇ ਜੇਠ ਦਾ ਮਹੀਨਾ ਆਵੇਗਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇਖੋ ਤੱਤੀ ਤਵੀ ਤੇ ਬਹਿ ਗਏ, ਔਰ ਸੀਸ ਵਿੱਚ ਮਹਾਰਾਜ ਦੇ ਗਰਮ ਰੇਤਾ ਵੀ ਪਾਇਆ, ਉਬਲਦੀਆਂ ਦੇਗਾਂ ਵਿੱਚ ਵੀ ਮਹਾਰਾਜ ਬੈਠੇ ਰਹੇ, ਪਰ ਠੰਡੇ ਰਹੇ। ਕਿਉਂ? ਉਸਨ ਸੀਤ ਸਮਸਰ ਸਭ ਤਾ ਕੇ। ਇਹ ਬ੍ਰਹਮ ਗਿਆਨੀ ਦਾ ਲੱਛਣ ਹੁੰਦਾ ਸਾਧ ਸੰਗਤ ਜੀ। ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਕਿ ਨਵਨਿਧੀ ਤੇ 18 ਸਿੱਧੀ ਇਹ ਪਿੱਛੀਆਂ ਲੱਗੀ ਮਹਾਰਾਜ ਕਹਿੰਦੇ ਫਿਰਦੀਆਂ ਨੇ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੱਸਦੇ ਹਨ, ਜੋ ਹਰ ਹਿਰਦੈ ਸਦਾ ਵਸਾਏ। ਜਿਨ੍ਹਾਂ ਨੇ ਭਾਈ ਵਾਹਿਗੁਰੂ ਜੀ ਦੇ ਨਾਮ ਨੂੰ ਹਿਰਦੇ ਵਿੱਚ ਸਦਾ ਵਾਸਤੇ ਵਸਾ ਲਿਆ। ਮਹਾਰਾਜ ਸਾਧ ਸੰਗਤ ਜੀ ਦੱਸਦੇ ਆ ਕਿ ਵੇਖੋ ਉਹਨੂੰ ਧੂਣੇ ਤਾਪਣ ਦੀ ਲੋੜ ਨਹੀਂ ਹੈ, ਦੇਵੀ ਦੇਵਤਿਆਂ ਦੇ ਮੰਤਰਾਂ ਦੀ ਜਾਪ ਕਰਨ ਦੀ ਲੋੜ ਨਹੀਂ ਹੈ। ਮਹਾਰਾਜ ਕਹਿੰਦੇ ਜਲ ਧਾਰੇ ਕਰਨ ਦੀ, ਯੋਗਾ ਅਭਿਆਸ ਕਰਨ ਦੀ ਲੋੜ ਨਹੀਂ, ਕਿਉਂਕਿ ਜਿਹੜੇ ਜੋਗੀ ਹੈ ਨਾ, ਜਿਹੜੇ ਜੋਗੀ ਲੋਕ ਨੇ, ਉਹ ਸਾਧ ਸੰਗਤ ਜੀ ਯੋਗਾ ਅਭਿਆਸ ਕਰਦੇ ਹੈ ਕਿ ਜਿਹੜੀਆਂ ਕਰਾਮਾਤਾਂ ਨੇ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਣ। ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੱਸਦੇ ਹੈ ਕਿ ਭਾਈ ਵਾਹਿਗੁਰੂ ਦਾ ਨਾਮ ਹੀ ਰਿੱਧੀ ਸਿੱਧੀ ਹੈ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ। ਜਿੱਥੇ ਵਾਹਿਗੁਰੂ ਜੀ ਦਾ ਨਾਮ ਅੰਦਰ ਆ ਜਾਏ ਨਾ ਸਾਧ ਸੰਗਤ ਜੀ, ਉੱਥੇ ਸਾਰੀਆਂ ਰਿੱਧੀਆਂ ਸਿੱਧੀਆਂ ਵਰਤ ਜਾਂਦੀਆਂ ਨੇ। ਰਿੱਧ ਸਿੱਧ ਨਾਵੇ ਕੀ ਦਾਸੀ, ਜਿਹੜੀਆਂ ਰਿੱਧੀਆਂ ਸਿੱਧੀਆਂ ਨੇ ਨਾਮ ਦੀਆਂ ਦਾਸੀਆਂ ਨੇ ਭਾਈ। ਜਿੱਥੇ ਵਾਹਿਗੁਰੂ ਜੀ ਦਾ ਨਾਮ ਹੋਏਗਾ ਰਿੱਧੀ ਸਿੱਧੀ ਆਪ ਦੇ ਆਪ ਹੀ ਆ ਜਾਂਦੀ ਹੈ। ਸਾਧ ਸੰਗਤ ਜੀ ਠਾਕੁਰ ਕਰ ਦਲ ਧਰਿਆ।
ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਕਿ ਵਾਹਿਗੁਰੂ ਨੇ ਆਪਣੇ ਹੱਥ ਦੀ ਤਲੀ ਤੇ ਰੱਖੀਆਂ ਹੋਈਆਂ ਨੇ ਸਭ ਰਿੱਧੀਆਂ ਸਿੱਧੀਆਂ, ਉਸ ਗੁਰਮੁਖ ਨੂੰ ਦੇ ਦਿੰਦੇ ਹੈ। ਸਾਧ ਸੰਗਤ ਜੀ, ਜਿਹਨੇ ਹਰੀ ਦਾ ਨਾਮ ਹਿਰਦੇ 'ਚ ਵਸਾਇਆ, ਹਿਰਦੇ 'ਚ ਵਸਾਉਣ ਦਾ ਭਾਵ ਕੀ ਹੁੰਦਾ ਹੈ? ਸਾਧ ਸੰਗਤ ਜੀ, ਨਾਮ ਕਦੋਂ ਹਿਰਦੇ ਵਿੱਚ ਵਸੇਗਾ? ਜਦੋਂ ਵਾਰ-ਵਾਰ ਸ਼ਬਦ ਦਾ ਅਭਿਆਸ ਕਰਾਂਗੇ। ਸਾਧ ਸੰਗਤ ਜੀ, ਦੇਖੋ ਕੋਈ ਗੱਡੀ ਚਲਾ ਰਿਹਾ, ਵਾਰ-ਵਾਰ ਚਲਾਉਂਦਾ ਨਾ, ਤੇ ਵੇਖੋ ਸਾਧ ਸੰਗਤ ਜੀ, ਉਹਨੂੰ ਧਿਆਨ ਰੱਖਣ ਦੀ ਲੋੜ ਨਹੀਂ ਹੈ, ਕਿਉਂਕਿ ਆਪਦੇ ਆਪ ਹੀ ਚੱਲੀ ਜਾਂਦੀ ਹੈ ਕਾਰ। ਕਿਉਂਕਿ ਸਾਧ ਸੰਗਤ ਜੀ, ਉਹਦਾ ਤਜਰਬਾ ਹੀ ਇੰਨਾ ਹੋ ਗਿਆ, ਆਪਦੇ ਆਪ ਚੱਲੀ ਜਾਂਦਾ। ਸਾਈਕਲ ਦੇਖੋ ਚਲਾਉਂਦੇ ਆ ਸਾਧ ਸੰਗਤ ਜੀ, ਆਪਦੇ ਆਪ ਹੀ ਚੱਲੀ ਜਾਂਦਾ, ਨਾਲ ਗੱਲਾਂ ਵੀ ਕਰੀ ਜਾਂਦੇ ਆ। ਇਸੇ ਪ੍ਰਕਾਰ ਸਾਧ ਸੰਗਤ ਜਿਹੜੇ ਗੁਰਮੁਖ ਹੁੰਦੇ ਹੈ, ਉਹਨਾਂ ਦੇ ਮਨ ਅੰਦਰ ਸਾਧ ਸੰਗਤ ਜੀ ਪਰਮੇਸ਼ਰ ਦਾ ਨਾਮ ਇੰਨਾ ਪੱਕਾ ਹੋ ਜਾਂਦਾ ਹੈ ਕਿ ਜਿਵੇਂ ਭਗਤ ਕਬੀਰ ਸਾਹਿਬ ਜੀ ਦੱਸਦੇ ਹੈ ਕਿ ਨਾਮਾ ਕਹਿਤ ਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੱਥਾਂ ਪੈਰਾਂ ਨਾਲ ਕੰਮ ਵੀ ਕਰਦੇ ਹੈ ਤੇ ਸਾਧ ਸੰਗਤ ਜੀ ਜਿਹੜਾ ਪਰਮੇਸ਼ਰ ਦਾ ਨਾਮ ਹੈ ਅੰਦਰ ਚੱਲੀ ਜਾਂਦਾ ਹੈ ਉਹਨਾਂ ਦੇ। ਪਰ ਅੰਦਰ ਕਦੋਂ ਚੱਲੇਗਾ? ਸਾਧ ਸੰਗਤ ਜੀ, ਤੁਸੀਂ ਸੁਣਿਆ ਵੀ ਹੋਣਾ ਅਨੇਕਾਂ ਪਾਸੋਂ ਕਿ ਉਹਦੇ ਅੰਦਰ ਨਾਮ ਚੱਲਦਾ, ਕਿਸੇ ਸੰਤ ਵਿੱਚ ਅੰਦਰ ਨਾਮ ਚੱਲਦਾ ਹੈ। ਕੋਈ ਜਿਹੜਾ ਗੁਰਮੁਖ ਹੈ ਉਹ ਸਦਾ ਹੀ ਨਾਮ ਜਪੀ ਜਾਂਦਾ। ਕਿਵੇਂ? ਪਹਿਲਾਂ ਗੁਰੂ ਧਾਰਨਾ ਪੈਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪਾਸੋਂ ਅੰਮ੍ਰਿਤ ਛਕਣਾ ਪਏਗਾ ਸਾਧ ਸੰਗਤ ਜੀ, 50 ਪਿਆਰਿਆਂ ਪਾਸੋਂ, ਤੇ ਫਿਰ ਉਹ ਨਾਮ ਦ੍ਰਿੜ ਕਰਵਾਉਂਦੇ ਕਿ ਭਾਈ ਇਹ ਜਿਹੜਾ ਗੁਰਮੰਤਰ ਹੈ ਇਹਦਾ ਅਭਿਆਸ ਕਰਨਾ, ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਪੜ੍ਹਨੀ। ਉਹ ਜਦੋਂ ਵਾਰ-ਵਾਰ ਬਾਣੀ ਪੜ੍ਹਾਂਗੇ, ਵਾਰ-ਵਾਰ ਜਪਾਂਗੇ, ਜਿਵੇਂ ਮਹਾਰਾਜ ਕਹਿੰਦੇ ਨੇ ਕਿ ਬਾਰ-ਬਾਰ ਪ੍ਰਭ ਜਪੀਐ। ਸਾਧ ਸੰਗਤ ਜਦੋਂ ਵਾਰ-ਵਾਰ ਅਭਿਆਸ ਕਰਾਂਗੇ, ਫਿਰ ਜਿਹੜਾ ਨਾਮ ਹੈ ਸਾਧ ਸੰਗਤ ਚੇਤੇ ਰਹਿਣ ਲੱਗ ਜਾਵੇਗਾ। ਸਾਧ ਸੰਗਤ ਜੀ, ਉਸ ਵੇਲੇ ਸੱਚੇ ਪਾਤਸ਼ਾਹ ਦੱਸਦੇ ਹੈ ਕਿ ਜਿਹੜਾ ਨਾਮ ਸਦਾ ਹਿਰਦੇ ਵਿੱਚ ਵਸ ਜਾਏਗਾ, ਫਿਰ ਜਿਹੜੀਆਂ ਰਿੱਧੀਆਂ ਸਿੱਧੀਆਂ ਨੇ ਤੇਰੇ ਪਿੱਛੇ ਲੱਗੀਆਂ ਫਿਰਨਗੀਆਂ। ਬਿਨ ਸਤਿਗੁਰ ਨਾਉ ਨਾ ਪਾਈਐ। ਹਾਂ, ਮਹਾਰਾਜ ਨੇ ਇਸ ਗੱਲ ਨੂੰ ਸਪਸ਼ਟ ਕਰ ਦਿੱਤਾ ਕਿ ਭਾਈ ਸਤਿਗੁਰੂ ਤੋਂ ਬਿਨਾਂ ਨਾਮ ਨਹੀਂ ਪਾਇਆ ਜਾਂਦਾ। ਸਾਧ ਸੰਗਤ ਜੀ, ਨਾਮ ਕਦੋਂ ਪਾਇਆ ਜਾਵੇਗਾ? ਜਦੋਂ ਗੁਰੂ ਅੱਗੇ ਪੇਸ਼ ਹੋਵੋਗੇ। ਤੇ ਗੁਰੂ ਅੱਗੇ ਪੇਸ਼ ਕਿਵੇਂ ਹੋਈਦਾ? 50 ਪਿਆਰਿਆਂ ਅੱਗੇ ਪੇਸ਼ ਹੋਣਾ। ਸਾਧ ਸੰਗਤ ਜੀ, ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਹੈ ਕਿ ਜਿਹੜੇ 5 ਪਿਆਰੇ ਨੇ ਮੇਰੇ ਹੀ ਇਹ ਰੂਪ ਨੇ, ਸਿੱਖ ਪੰਚਨ ਮੈਂ ਮੇਰੋ ਵਾਸਾ, ਪੰਜਾਂ ਵਿੱਚ ਮੇਰਾ ਵਾਸਾ ਹੈ। ਤੇ ਸਾਧ ਸੰਗਤ ਜੀ, ਉਹ ਫਿਰ 5 ਜਦੋਂ ਫਿਰ ਖੰਡੇ ਦਾ ਅੰਮ੍ਰਿਤ ਛਕਾਉਂਦੇ ਹੈ ਤੇ ਸਾਧ ਸੰਗਤ ਜੀ ਉਦੋਂ ਫਿਰ ਗੁਰਮੰਤਰ ਤੇ ਮੂਲ ਮੰਤਰ ਦ੍ਰਿੜ ਕਰਵਾਉਂਦੇ ਨੇ। ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਖੜ ਕੇ ਕਹਿੰਦੇ ਹੈ ਕਿ ਭਾਈ ਗੁਰਸਿੱਖੋ, ਇਹ ਜਿਹੜਾ ਸਤਿਗੁਰੂ ਜੀ ਦਾ ਮੰਤਰ ਹੈ, ਸਤਿਗੁਰੂ ਜੀ ਦੀ ਬਾਣੀ ਹੈ, ਮੂਲ ਮੰਤਰ ਹੈ, ਇਹਦਾ ਵਾਰ-ਵਾਰ ਅਭਿਆਸ ਕਰਨਾ ਤੇ ਫਿਰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਯਾਦ ਰੱਖੀ ਭਾਈ ਰੇ, ਗੁਰਬਿਨ ਭਗਤ ਨਾ ਹੋਏ, ਪੁੱਛੋ ਬ੍ਰਹਮੇ ਨਾਰਦ ਵੇਦ ਵਿਆਸੈ ਕੋਏ। ਮਹਾਰਾਜ ਕਹਿੰਦੇ ਬ੍ਰਹਮੇ ਨੂੰ, ਨਾਰਦ ਨੂੰ, ਵਿਆਸ ਜੀ ਨੂੰ ਪੁੱਛ ਕੇ ਵੇਖੀ ਕਿ ਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੋਈ। ਜਿਹੜੇ ਕਹਿ ਦਿੰਦੇ ਕਿ ਜੀ ਗੁਰੂ ਧਾਰਨ ਦੀ ਲੋੜ ਨਹੀਂ ਹੈ। ਸਾਧ ਸੰਗਤ ਜੀ, ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਦੁਆਪਰ ਯੁੱਗ ਦੇ ਅਵਤਾਰ ਹੋਏ ਨੇ, ਉਹਨਾਂ ਨੇ ਵੀ ਦੁਰਬਖਸ਼ਾ ਰਿਖੀ ਜੀ ਨੂੰ ਗੁਰੂ ਧਾਰਿਆ। ਭਾਵੇਂ ਕਿ 16 ਕਲਾਂ ਸੰਪੰਨ ਸੀ। ਉਸ ਤੋਂ ਪਿੱਛੇ ਚਲੇ ਜਾਓ, ਸ਼੍ਰੀ ਰਾਮਚੰਦਰ ਮਹਾਰਾਜ ਜੀ ਹੋਏ ਨੇ ਤ੍ਰੇਤੇ ਯੁੱਗ ਦੇ ਅਵਤਾਰ, ਉਹਨਾਂ ਨੇ ਵੀ ਵਸਿਸ਼ਠ ਜੀ ਨੂੰ ਗੁਰੂ ਧਾਰਿਆ। ਸਾਧ ਸੰਗਤ ਜੀ, ਜੇ ਫਿਰ ਸਾਨੂੰ ਗੁਰੂ ਧਾਰਨ ਦੀ ਕੀ ਲੋੜ ਨਹੀਂ ਹੈ? ਕਿਉਂ ਲੋੜ ਨਹੀਂ ਹੈ ਸਾਧ ਸੰਗਤ ਜੀ? ਤੇ ਤੇਰੀ ਭਗਤੀ ਪ੍ਰਵਾਨ ਹੀ ਉਦੋਂ ਹੋਵੇਗੀ ਜਦੋਂ ਤੂੰ ਸਤਿਗੁਰੂ ਜੀ ਨੂੰ ਗੁਰੂ ਧਾਰ ਲਵੇਂਗਾ। ਨਹੀਂ ਤੇ ਮਹਾਰਾਜ ਕਹਿੰਦੇ ਭਾਈ ਗੁਰੂ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰੂ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਸੱਚੇ ਪਾਤਸ਼ਾਹ ਜੀ ਦੱਸਦੇ ਨੇ ਫਿਰ ਭਾਈ ਕਿ ਨਿਗੁਰਾ ਕਾ ਹੈ ਨਾਉ ਬੁਰਾ। ਸਤਿਗੁਰੂ ਜੀ ਕਹਿੰਦੇ ਭਾਈ ਨਗੋਰੇ ਬੰਦੇ ਦਾ ਨਾਮ ਲੈਣਾ ਹੀ ਬੁਰਾ ਹੈ। ਇਸੇ ਕਰਕੇ ਜਿਹੜਾ ਸਤਿਗੁਰੂ ਜੀ ਦਾ ਨਾਮ ਹੈ ਇਹ ਭਾਈ ਸੱਚੇ ਪਾਤਸ਼ਾਹ ਤੋਂ ਹੀ ਪ੍ਰਾਪਤ ਹੁੰਦਾ ਹੈ। ਤੇ ਸਤਿਗੁਰੂ ਤੋਂ ਬਿਨਾਂ ਜਿਹੜਾ ਨਾਮ ਹੈ, ਬਾਣੀ ਹੈ, ਇਹ ਸਾਧ ਸੰਗਤ ਜੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਹਾਂ, ਆਪਦੀ ਮਰਜ਼ੀ ਨਾਲ ਤੇ ਜ਼ਰੂਰ ਪੜ੍ਹਦੇ ਹਾਂ, ਪਰ ਜਿਹੜੀ ਮੋਹਰ ਹੈ ਨਾ ਗੁਰੂ ਸਾਹਿਬ ਦੀ, ਉਦੋਂ ਹੀ ਲੱਗੇਗੀ ਜਦੋਂ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਧਾਰ ਲਵਾਂਗੇ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹੈ ਕਿ ਭਾਈ ਸਤਿਗੁਰੂ ਤੋਂ ਬਿਨਾਂ ਕਿਸੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਨਾਮ ਦੀ ਪ੍ਰਾਪਤੀ ਨਹੀਂ ਕੀਤੀ। ਬੁੱਝੋ ਕਰ ਵਿਚਾਰ। ਮਹਾਰਾਜ ਕਹਿੰਦੇ ਭਾਵੇਂ ਵਿਚਾਰ ਕਰਕੇ ਵੇਖ ਲੈ, ਵੇਦਾਂ ਸ਼ਾਸਤਰਾਂ ਨੂੰ ਪੜ੍ਹ ਕੇ ਵੇਖ ਲੈ,
ਮਹਾਰਾਜ ਕਹਿੰਦੇ ਅਵਤਾਰਾਂ ਦਾ ਜੀਵਨ ਪੜ੍ਹ ਕੇ ਵੇਖ ਲੈ। ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰਮੁਖਾਂ ਆਏ ਪਾਸੋਂ ਉਹਨਾਂ ਪਾਸੋਂ ਬਚਨ ਸੁਣ ਕੇ ਵੇਖ, ਵਿਚਾਰ ਕਰ, ਬੁੱਝ ਕਿ ਸਤਿਗੁਰੂ ਤੋਂ ਬਿਨਾਂ ਕਿਸੇ ਨੇ ਨਾਮ ਦੀ ਪ੍ਰਾਪਤੀ ਨਹੀਂ ਕੀਤੀ। ਭਾਈ ਸਤਿਗੁਰੂ ਤੋਂ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ। ਇਉਂ ਸੱਚੇ ਪਾਤਸ਼ਾਹ ਦੱਸਦੇ ਹਨ, ਨਾਨਕ ਪੂਰੇ ਭਾਗ ਸਤਿਗੁਰ ਮਿਲੈ। ਮਹਾਰਾਜ ਕਹਿੰਦੇ ਜਦੋਂ ਪੂਰੇ ਭਾਗ ਹੋ ਜਾਂਦੇ ਐ। ਪੂਰੇ ਭਾਗ ਕਦੋਂ ਹੋਣਗੇ ਸਾਧ ਸੰਗਤ ਜੀ? ਜਦੋਂ ਸਾਡੇ ਪੱਲੇ ਸਤਿਗੁਰੂ ਦਾ ਨਾਮ ਹੋਵੇਗਾ। ਕਹਿੰਦੇ ਨੇ ਕਿ ਉਹਦੇ ਚੰਗੇ ਭਾਗ ਹੈ। ਚੰਗੇ ਭਾਗ ਸਾਧ ਸੰਗਤ ਜੀ ਜਿਹਦੇ ਕੋਲ ਬਹੁਤੀ ਮਾਇਆ, ਆਪਾਂ ਆਮ ਕਹਿੰਦੇ ਹਾਂ ਕਿ ਇਹਦੇ ਚੰਗੇ ਭਾਗ ਹੈ। ਧਨ ਦੌਲਤ ਹੈ, ਇਹਦੇ ਚੰਗੇ ਭਾਗ ਹੈ। ਸਾਧ ਸੰਗਤ ਜੀ ਅਸਲ ਵਿੱਚ ਗੁਰਬਾਣੀ ਉਹਨੂੰ ਚੰਗੇ ਭਾਗ ਕਹਿੰਦੀ ਹੈ। ਸਾਧ ਸੰਗਤ ਜੀ ਜਿਨ੍ਹਾਂ ਦੇ ਪੱਲੇ ਸਤਿਗੁਰੂ ਜੀ ਦਾ ਨਾਮ ਹੈ। ਨਹੀਂ ਤੇ ਮਹਾਰਾਜ ਨੇ ਆਖਿਆ ਨਾ ਕਿ ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨੇ ਵਾਸਾਂ ਦੇ ਰਹਿਣਾ। ਸੂਲ ਸਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਸਾਧ ਸੰਗਤ ਜੀ ਪੂਰੇ ਭਾਗ ਤੇ ਉਹਨੂੰ ਕਹਿੰਦੇ ਹੈ ਜਦੋਂ ਸਾਡੇ ਪੱਲੇ ਅੰਦਰ ਸਤਿਗੁਰੂ ਜੀ ਦੀ ਬਾਣੀ ਹੋਵੇਗੀ, ਉਹਦਾ ਗਿਆਨ ਹੋਵੇਗਾ, ਬ੍ਰਹਮ ਦਾ ਗਿਆਨ, ਆਤਮਿਕ ਗਿਆਨ ਹੋਵੇਗਾ। ਸਾਧ ਸੰਗਤ ਜੀ ਫਿਰ ਇਹਦੇ ਪੂਰੇ ਭਾਗ ਨੇ ਜੀਵ ਦੇ। ਇੰਨੀ ਤੇ ਦੁਨੀਆ ਕਹਿੰਦੀ ਕਿ ਜਿਹਦੇ ਕੋਲ ਧਨ ਦੌਲਤ ਇਹਦੇ ਚੰਗੇ ਭਾਗ ਹੈ। ਪਰ ਗੁਰਬਾਣੀ ਪਤਾ ਕੀ ਕਹਿੰਦੀ ਹੈ? ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਸ ਕੋ ਵਿਸਰੈ ਪ੍ਰਾਣ ਪਤ ਦਾਤਾ, ਸੋਈ ਗਨਹੁ ਅਭਾਗਾ। ਮਹਾਰਾਜ ਕਹਿੰਦੇ ਜਿਹਨੂੰ ਵਾਹਿਗੁਰੂ ਭੁੱਲ ਗਿਆ ਨਾ, ਉਹਦੇ ਮੰਦੇ ਭਾਗ ਹੀ ਜਾਣੋ। ਸਾਧ ਸੰਗਤ ਜੀ ਉਹਦੇ ਮੰਦੇ ਹੀ ਭਾਗ ਹੈ। ਵੇਖਣ ਨੂੰ ਤੁਹਾਨੂੰ ਕਰੋੜਾਂ ਪਤੀ ਲੱਗਦੇ ਹੈ। ਸਾਧ ਸੰਗਤ ਜੀ ਤੇ ਮਹਾਰਾਜ ਕਹਿੰਦੇ ਨੇ ਬਸਤਾ ਟੂਟੀ ਝੁੰਪੜੀ ਚੀਰ, ਸਭ ਛਿੰਨਾ ਜਾਤ ਨਾ ਪਤ ਨਾ ਅਦਰੋ ਧਿਆਨ ਪਰ ਭਿੰਨਾ। ਸਾਧ ਸੰਗਤ ਜੀ ਇੱਕ ਪਾਸੇ ਦੇ ਕਰੋੜਾਂ ਪਤੀ ਵੇਖਣ ਨੂੰ ਬਹੁਤ ਚੰਗੇ ਲੱਗਦੇ ਹੈ, ਦੂਜੇ ਪਾਸੇ ਕਿਸੇ ਦੇ ਬਸਤਰ ਪਾਟੇ ਹੈ, ਝੁੰਪੜੀ ਵਿੱਚ ਰਹਿੰਦਾ ਹੈ, ਨਾ ਕੋਈ ਚੰਗੀ ਜਾਤ ਹੈ, ਰੂਪ ਵੀ ਸੋਹਣਾ ਨਹੀਂ ਹੈ, ਕੋਈ ਮਿੱਤਰ ਵੀ ਨਹੀਂ ਹੈ। ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਕਹਿੰਦੇ ਰਾਜਾ ਸਗਲੀ ਸ੍ਰੇਸ਼ਟ ਕਾ, ਹਰ ਨਾਮ ਮਨ ਭਿੰਨਾ। ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਜਿਹਦਾ ਮਨ ਵਾਹਿਗੁਰੂ ਦੇ ਨਾਮ ਨਾਲ ਭਿੱਜਿਆ ਹੋਇਆ। ਇਸੇ ਕਰਕੇ ਭਾਈ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਿ ਪੂਰੇ ਭਾਗ ਉਹਦੇ ਹੈ ਜਿਹਦੇ ਅੰਦਰ ਸਾਧ ਸੰਗਤ ਜੀ ਸਤਿਗੁਰੂ ਜੀ ਦਾ ਗਿਆਨ ਹੈ, ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਹੈ, ਨਾਮ ਹੈ। ਜਿਹੜਾ ਸਤਿਗੁਰੂ ਜੀ ਦੇ ਨਾਮ ਨੂੰ ਧਿਆਉਂਦਾ ਹੋਵੇ ਉਹਦੇ ਚੰਗੇ ਭਾਗ ਨੇ। ਨਹੀਂ ਤੇ ਮਹਾਰਾਜ ਕਹਿੰਦੇ ਜਿਸ ਕੋ ਵਿਸਰੈ ਪ੍ਰਾਣ ਪਤ ਦਾਤਾ, ਸੋਈ ਗਨਹੁ ਅਭਾਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹਦੇ ਮਾੜੇ ਹੀ ਭਾਗ ਨੇ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਇਉਂ ਕਹਿੰਦੇ ਐ ਸਾਧ ਸੰਗਤ ਜੀ। ਇਸੇ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਨਾਨਕ ਪੂਰੇ ਭਾਗ ਸਤਿਗੁਰ ਮਿਲੇ। ਔਰ ਜਿਨ੍ਹਾਂ ਦੇ ਫਿਰ ਪੂਰੇ ਭਾਗ ਹੈ ਸੱਚੇ ਸਤਿਗੁਰੂ ਜੀ ਮਿਲ ਜਾਂਦੇ ਹੈ। ਸਾਧ ਸੰਗਤ ਜੀ ਜਿਉਂ ਜਲ ਮੈਂ ਜਲ ਆਏ ਖਟਾਨਾ, ਤੇ ਜੋਤੀ ਸੰਗ ਜੋਤ ਸਮਾਨਾ। ਉਹਦੀ ਜੋਤ ਵਾਹਿਗੁਰੂ ਦੀ ਜੋਤ ਵਿੱਚ ਮਿਲ ਜਾਂਦੀ ਏ। ਸਾਧ ਸੰਗਤ ਜੀ ਸਦਾ ਵਾਸਤੇ ਵਾਹਿਗੁਰੂ ਦੇ ਚਰਨਾਂ ਵਿੱਚ ਉਹ ਸਾਧ ਸੰਗਤ ਜੀ ਰਹਿੰਦੇ ਹੈ। ਮਰ ਕੇ ਵੀ ਵਾਹਿਗੁਰੂ ਜੀ ਦੇ ਕੋਲ ਹੀ ਚਲੇ ਜਾਂਦੇ ਆ। ਸਾਧ ਸੰਗਤ ਜੀ ਇਹਨੂੰ ਕਹਿੰਦੇ ਆ ਕਿ ਸਤਿਗੁਰ ਮਿਲੇ, ਸਤਿਗੁਰ ਸੱਜਣ ਮਿਲੇ ਆ। ਅਸੀਂ ਤੇ ਕੇਵਲ ਸਾਧ ਸੰਗਤ ਜੀ ਗੁਰੂ ਘਰ ਵੇਖੇ ਮਹਾਰਾਜ ਦੇ ਦਰਸ਼ਨ ਕਰਨ ਤੇ ਆਉਂਦੇ ਹਾਂ, ਪਰ ਸਾਨੂੰ ਗੁਰੂ ਨਹੀਂ ਮਿਲਿਆ। ਗੁਰੂ ਮਿਲਣਾ ਕੀ ਹੁੰਦਾ ਆ? ਗੁਰੂ ਗੋਬਿੰਦ ਸਿੰਘ ਦਾ ਮਿਲਣਾ ਕੀ ਹੈ? ਧੰਨ ਗੁਰੂ ਗ੍ਰੰਥ ਸਾਹਿਬ ਦਾ ਮਿਲਣਾ ਕੀ ਮਿਲਣਾ ਹੈ? ਹੁਣ ਸਾਧ ਸੰਗਤ ਜੀ ਵੇਖੋ ਗੁਰੂ ਘਰ ਚੋਰ ਵੀ ਆਉਂਦਾ, ਸਾਧ ਵੀ ਆਉਂਦੇ ਨੇ, ਠੱਗੀਆਂ ਠੋਰੀਆਂ ਮਾਰਨ ਵਾਲੇ ਵੀ ਆਉਂਦੇ ਨੇ। ਕਿ ਉਹਨਾਂ ਨੂੰ ਗੁਰੂ ਮਿਲ ਗਿਆ? ਗੁਰੂ ਮਿਲਣ ਦਾ ਭਾਵ ਕੀ ਹੈ? ਸਾਧ ਸੰਗਤ ਜੀ ਗੁਰੂ ਮਿਲਣ ਦਾ ਭਾਵ ਹੈ ਜਦੋਂ ਕੋਈ ਸਿੱਖ ਗੁਰੂ ਦੀ ਸਿੱਖਿਆ 'ਤੇ ਚੱਲਦਾ। ਕਿ ਕਲਗੀਧਰ ਜੀ ਕਹਿੰਦੇ ਸਿੱਖੀ ਮੇਰਾ ਉਹ ਹੈ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਛਕੇ, ਰਹਿਤਵਾਨ ਹੋਵੇ, ਰਹਿਤ ਵਿੱਚ ਪਰਪੱਕ ਹੋਵੇ, ਬਾਣੀ ਪੜ੍ਹਦਾ ਹੋਵੇ, ਉਹ ਮਹਾਰਾਜ ਕਹਿੰਦੇ ਸਿੱਖ ਹੈ ਮੇਰਾ। ਉਹ ਸਿੱਖ ਕਹੇਗਾ ਕਿ ਮੈਨੂੰ ਗੁਰੂ ਜੀ ਮਿਲੇ ਹੋਏ ਨੇ। ਸਾਧ ਸੰਗਤ ਜੀ ਫਿਰ ਗੁਰੂ ਸਾਹਿਬ ਦੱਸਦੇ ਹਨ ਸੁਖ ਪਾਏ ਜੁਗ ਚਾਰ, ਚਾਰ ਨਾਮ ਸੁੰਦਰ ਦਾ ਹੈ। ਸਾਧ ਸੰਗਤ ਜੀ ਮਹਾਰਾਜ ਕਹਿੰਦੇ ਨੇ ਬਹੁਤ ਸੁੰਦਰ ਫਿਰ ਸੁੱਖ ਉਹਨੇ ਪ੍ਰਾਪਤ ਕੀਤੇ ਨੇ ਇਸ ਕਲਯੁਗ ਦੇ ਅੰਦਰ। ਸੁਖ ਪਾਏ ਜੁਗ ਚਾਰ, ਚਾਰਾਂ ਯੁੱਗਾਂ ਵਿੱਚ ਸਾਧ ਸੰਗਤ ਜੀ ਸੁਖ ਪਾਇਆ। ਸੁਖ ਪਾਏ ਜੁਗ ਚਾਰ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਚਾਰਾਂ ਯੁੱਗਾਂ ਦਾ ਜਿੰਨਾ ਸੁੱਖ ਹੈ ਮਹਾਰਾਜ ਕਹਿੰਦੇ ਉਹਨੇ ਸਾਰਾ ਹੀ ਪ੍ਰਾਪਤ ਕਰ ਲਿਆ ਜਿਨ੍ਹਾਂ ਨੂੰ ਪੂਰਨ ਸਤਿਗੁਰੂ ਜੀ ਮਿਲੇ। ਸਾਧ ਸੰਗਤ ਜੀ ਦੇਖੋ ਜਦੋਂ ਬਾਬਾ ਬਿਧੀ ਚੰਦ ਜੀ ਛੇਵੇਂ ਪਾਤਸ਼ਾਹ ਜੀ ਨੂੰ ਮਿਲੇ ਸੀ ਨਾ, ਸਾਧ ਸੰਗਤ ਜੀ ਸਾਰਾ ਹੀ ਸੁੱਖ ਲੋਕ ਤੇ ਪਰਲੋਕ ਦਾ ਸੁੱਖ ਪ੍ਰਾਪਤ ਹੋ ਗਿਆ ਸੀ। ਸਾਧ ਸੰਗਤ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਖਿਆ ਸੀ ਬਾਬਾ ਬਿਧੀ ਚੰਦ ਨੂੰ ਕਿ ਬਿਧੀ ਚੰਦ ਜੀ ਮੇਰੇ ਵਿੱਚ ਤੇ ਤੇਰੇ ਵਿੱਚ ਕੋਈ ਅੰਤਰ ਨਹੀਂ ਹੈ।
ਸਾਧ ਸੰਗਤ ਜੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਬਚਨ ਕੀਤੇ ਹੈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਮੁਖੀ ਸਿੱਖ ਸੀ ਬਾਬਾ ਬਿਧੀ ਚੰਦ ਸਾਹਿਬ ਜੀ। ਸਾਧ ਸੰਗਤ ਜੀ ਮਹਾਰਾਜ ਜੀ ਨੇ ਬਚਨ ਕੀਤੇ ਸੀ ਕਿ ਬਿਧੀ ਚੰਦ ਜੀ ਮੇਰੇ ਵਿੱਚ ਤੇ ਤੇਰੇ ਵਿੱਚ ਕੋਈ ਅੰਤਰ ਨਹੀਂ ਹੈ, ਮੈਂ ਤੇ ਤੂੰ ਹੁਣ ਇੱਕ ਹੋ ਚੁੱਕੇ ਹਾਂ। ਸਾਧ ਸੰਗਤ ਜੀ ਉਸ ਵੇਲੇ ਬਾਬਾ ਬਿਧੀ ਚੰਦ ਵਰਗਿਆਂ ਗੁਰਸਿੱਖਾਂ ਨੇ ਬਹੁਤ ਸੁੱਖ ਪਾਇਆ। ਤੂੰ ਵੀ ਸੁੱਖ ਪਾ ਲਵੇਂਗਾ ਜਦੋਂ ਸਤਿਗੁਰੂ ਦੀ ਸਿੱਖਿਆ ਨੂੰ ਧਾਰਨ ਕਰੇਗਾ। ਮਹੱਲਾ ਤੀਜਾ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਮਹੱਲਾ ਤੀਜਾ। ਸਾਧ ਸੰਗਤ ਜੀ ਬਚਨ ਉਚਾਰਨ ਕਰਦੇ ਹਨ। ਇਹ ਵਿਧਾਨ ਹੈ ਕਿ ਸ਼ਲੋਕ ਮਹੱਲਾ ਤੀਜਾ, ਫਿਰ ਮਹੱਲਾ ਤੀਜਾ, ਫਿਰ ਪੌੜੀ, ਫਿਰ ਪੌੜੀ ਤੋਂ ਬਾਅਦ ਸਮਾਪਤੀ ਹੁੰਦੀ ਹੈ। ਸਾਧ ਸੰਗਤ ਜੀ ਇਹ ਮੁੱਖ ਵਾਕ ਦੀ। ਹੁਣ ਮਹਾਰਾਜ ਸਾਹਿਬ ਜੀ ਮਹੱਲਾ ਤੀਜਾ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਫਿਰ ਬਚਨ ਉਚਾਰਨ ਕਰਦੇ ਹਨ। ਕਿਆ ਗੱਭਰੂ ਕਿਆ ਬਿਰਧ ਹੈ। ਸਾਧ ਸੰਗਤ ਜੀ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਹੈ ਕਿ ਭਾਵੇਂ ਕੋਈ ਗੱਭਰੂ ਹੋਵੇ, ਨੌਜਵਾਨ ਹੋਵੇ, ਮਹਾਰਾਜ ਕਹਿੰਦੇ ਕੋਈ ਬਿਰਧ ਅਵਸਥਾ ਭਾਵ ਬਜ਼ੁਰਗ ਹੋਵੇ, ਮਨਮੁਖ ਕਿਹਨੂੰ ਆਖਿਆ ਮਹਾਰਾਜ ਨੇ? ਜਿਹੜਾ ਸਾਧ ਸੰਗਤ ਜੀ ਮਨ ਦੇ ਮਗਰ ਚੱਲਦਾ। ਉਹ ਭਾਵੇਂ ਸਾਧ ਸੰਗਤ ਜੀ ਨੌਜਵਾਨੀ ਜਵਾਨ ਆਯੂ ਵਿੱਚ ਹੋਵੇ, ਭਾਵੇਂ ਸਾਧ ਸੰਗਤ ਜੀ ਬੁਢੇਪੇ ਦੀ ਅਵਸਥਾ ਵਿੱਚ ਹੋਵੇ। ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਸੱਚੇ ਪਾਤਸ਼ਾਹ ਦੱਸਦੇ ਹੈ ਕਿ ਉਹਦੀ ਜਿਹੜੀ ਤ੍ਰਿਸ਼ਨਾ ਹੈ ਨਾ, ਤ੍ਰਿਸ਼ਨਾ ਦੀ ਭੁੱਖ ਲੱਗੀ ਹੋਈ ਹੈ ਹੋਰ ਪਦਾਰਥਾਂ ਦੀ, ਕਿ ਹੋਰ ਮਿਲ ਜਾਣ ਮੈਨੂੰ, ਹੋਰ ਮਿਲ ਜਾਣ ਪਦਾਰਥ। ਮਹਾਰਾਜ ਕਹਿੰਦੇ ਉਹ ਭੁੱਖ ਕਦੇ ਨਹੀਂ ਜਾਂਦੀ। ਉਹ ਅਵਸਥਾ ਭਾਵੇਂ ਜਵਾਨੀ ਦੀ ਹੋਵੇ, ਭਾਵੇਂ ਬਿਰਧ ਹੋ ਚੁੱਕਾ ਹੋਵੇ, ਮਹਾਰਾਜ ਕਹਿੰਦੇ ਸਾਰੀ ਜ਼ਿੰਦਗੀ ਲੰਘਾ ਦਿੱਤੀ ਹੋਵੇ ਤਾਂ ਵੀ ਉਹਦੀ ਤ੍ਰਿਸ਼ਨਾ ਨਹੀਂ ਜਾਏਗੀ। ਕਿਉਂਕਿ ਭਾਈ ਸਰੀਰ ਹੀ ਬੁੱਢਾ ਹੋਇਆ, ਤ੍ਰਿਸ਼ਨਾ ਨਹੀਂ ਬੁੱਢੀ ਹੋਈ, ਖੁਆਇਸ਼ਾਂ ਨਹੀਂ ਬੁੱਢੀਆਂ ਹੋਈਆਂ, ਉਹ ਤੇ ਸਦਾ ਹੀ ਜਵਾਨ ਰਹਿੰਦੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਰੀਰ ਵੀ ਮਰ ਜਾਏਗਾ, ਸਰੀਰ ਵੀ ਸ਼ਮਸ਼ਾਨ ਭੂਮਾ ਵਿੱਚ ਖਾਕ ਹੋ ਜਾਏਗਾ, ਰਾਖ ਹੋ ਜਾਏਗਾ, ਪਰ ਜਿਹੜੀ ਸਾਧ ਸੰਗਤ ਜੀ ਤ੍ਰਿਸ਼ਨਾ ਹੈ ਇਹ ਉਵੇਂ ਜਵਾਨ ਹੀ ਰਹਿੰਦੀ ਹੈ। ਤਾਂ ਕਰਕੇ ਪੰਜਵੇਂ ਪਾਤਸ਼ਾਹ ਸਤਿਗੁਰੂ ਜੀ ਨੇ ਆਖਿਆ, ਮਹਾਰਾਜ ਕਹਿੰਦੇ ਬਿਨਾ ਸੰਤੋਖ ਨਹੀਂ ਕਉ ਰਾਜੈ, ਸੁਪਨ ਮਨੋਰਥ ਬਿਰਥੈ ਸਭ ਕਾਜੈ, ਸਹਸ ਖੜੇ ਲੱਖ ਕੋ ਉਠ ਧਾਵੈ, ਤ੍ਰਿਪਤ ਨ ਆਵੇ ਮਾਇਆ ਪਾਛੈ ਪਾਵੇ। ਫਿਰ ਵੀ ਤ੍ਰਿਪਤੀ ਨਹੀਂ ਹੁੰਦੀ ਸਾਧ ਸੰਗਤ ਜੀ, ਕਿਉਂਕਿ ਦੁੱਖ ਕੀ ਹੈ? ਇਹੀ ਤੇ ਦੁੱਖ ਹੈ ਸਾਧ ਸੰਗਤ ਜੀ, ਖੁਆਇਸ਼ਾਂ ਹੀ ਦੁੱਖ ਨੇ, ਸਾਡੀ ਤ੍ਰਿਸ਼ਨਾ ਹੀ ਦੁੱਖ ਹੈ ਸਾਧ ਸੰਗਤ ਜੀ, ਹੋਰ ਦੁੱਖ ਨਹੀਂ ਹੈ। ਦੇਖੋ ਜਾਨਵਰਾਂ ਨੂੰ, ਪੰਛੀਆਂ ਨੂੰ ਕੋਈ ਦੁੱਖ ਨਹੀਂ ਹੈ ਕਿਉਂਕਿ ਖੁਆਇਸ਼ਾਂ ਨਹੀਂ ਉਹਨਾਂ ਦੇ ਅੰਦਰ। ਤੇ ਜੀਵ ਨੂੰ, ਮਨੁੱਖ ਨੂੰ ਕਿਉਂ ਦੁਖੀ ਹੈ ਅੱਜ ਮਨੁੱਖ? ਕਿਉਂਕਿ ਸਾਧ ਸੰਗਤ ਜੀ ਇਹ ਜਿਹੜਾ ਜੀਵ ਹੈ ਤ੍ਰਿਸ਼ਨਾ ਦੇ ਤਲ ਤੇ ਜਿਉਂਦਾ ਹੈ। ਤ੍ਰਿਸ਼ਨਾ ਵੱਧਦੀ ਹੋਈ ਜਾਂਦੀ ਹੈ, ਵੱਧਦੀ ਹੋਈ ਜਾਂਦੀ ਹੈ, ਤਾਂ ਕਰਕੇ ਮਨੁੱਖ ਦੁਖੀ ਹੈ। ਸਾਧ ਸੰਗਤ ਜੀ ਇਹ ਤ੍ਰਿਸ਼ਨਾ ਨੂੰ ਖਤਮ ਕਰਨ ਦਾ ਇੱਕ ਹੀ ਸਾਧਨ ਹੈ, ਜੇ ਸਤਿਗੁਰੂ ਜੀ ਦਾ ਨਾਮ ਪੱਲੇ ਹੋਏਗਾ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੱਸਦੇ ਹੈ ਕਿ ਭਾਈ ਜਿਹੜਾ ਮਨਮੁਖ ਹੈ ਉਹ ਭਾਵੇਂ ਜਵਾਨ ਹੋਵੇ, ਭਾਵੇਂ ਮਹਾਰਾਜ ਕਹਿੰਦੇ ਬਿਰਧ ਹੋਵੇ, ਪਰ ਜਿਹੜੀ ਤ੍ਰਿਸ਼ਨਾ ਦੀ ਭੁੱਖ ਹੈ ਕਦੀ ਨਹੀਂ ਜਾਏਗੀ। ਸਾਧ ਸੰਗਤ ਜੀ ਮਹਾਰਾਜ ਕਹਿੰਦੇ ਰਸਾਂ ਕਸਾਂ ਦੀ ਤ੍ਰਿਸ਼ਨਾ ਰੂਪੀ ਭੁੱਖ ਹੈ ਉਹਨੂੰ ਲੱਗੀ ਹੋਈ ਰਹਿੰਦੀ ਹੈ। ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਕਹਿੰਦੇ ਜੇਕਰ ਉਹ ਗ੍ਰਸਤੀ ਵੀ ਹੋ ਗਿਆ, ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸੰਨਿਆਸੀ ਵੀ ਰਿਹਾ, ਤਾਂ ਵੀ ਜਿਹੜੀ ਤ੍ਰਿਸ਼ਨਾ ਹੈ ਨਾ ਲੱਗੀ ਹੋਈ ਰਹਿੰਦੀ ਹੈ। ਸਾਧ ਸੰਗਤ ਜੀ ਇਹਦੇ ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ। ਮਹਾਰਾਜ ਨੇ ਬਚਨ ਕੀਤੇ ਕਿ ਕੋਈ ਗੁਰਮੁਖ ਪਿਆਰਾ ਵਿਰਲਾ ਹੀ ਹੈ ਜਿਹਦੀ ਤ੍ਰਿਸ਼ਨਾ ਬੁਝ ਜਾਂਦੀ, ਉਹ ਭਾਵੇਂ ਗ੍ਰਸਤੀ ਹੋਵੇ ਭਾਵੇਂ ਸੰਨਿਆਸੀ ਹੋਵੇ। ਇਹ ਦਾਤ ਮਹਾਰਾਜ ਜੀ ਉਹਨੂੰ ਦਿੰਦੇ ਹੈ। ਸਾਧ ਸੰਗਤ ਜੀ ਜਿਹਦੇ ਪੱਲੇ ਸਤਿਗੁਰੂ ਜੀ ਦਾ ਨਾਮ ਬਹੁਤ ਇਕੱਠਾ ਕੀਤਾ ਹੁੰਦਾ, ਉਹਨੂੰ ਮਹਾਰਾਜ ਫਿਰ ਸੰਤੋਖ ਬਖਸ਼ ਦਿੰਦੇ ਨੇ। ਸਾਧ ਸੰਗਤ ਜੀ ਇਸੇ ਕਰਕੇ ਮਹਾਰਾਜ ਮਨਮੁਖ ਦੀ ਹਾਲਤ ਦੱਸਦੇ ਹੈ ਕਿ ਭਾਵੇਂ ਬਿਰਧ ਵੀ ਕਿਉਂ ਨਾ ਹੋ ਜਾਏ, ਮਹਾਰਾਜ ਕਹਿੰਦੇ ਤ੍ਰਿਸ਼ਨਾ ਦੀ ਭੁੱਖ ਨਹੀਂ ਜਾਏਗੀ। ਗੁਰਮੁਖ ਸਭ ਦੇ ਰਤਿਆ। ਜਿਹੜਾ ਭਾਈ ਗੁਰਮੁਖ ਹੈ, ਮੁਖੀ ਗੁਰਾਂ ਦੇ ਪਾਸ ਸੱਚੇ ਪਾਤਸ਼ਾਹ ਦੇ ਸ਼ਬਦ ਉਪਦੇਸ਼ ਦੇ ਨਾਲ ਜਿਹੜਾ ਰਤਿਆ ਹੋਇਆ ਨਾ, ਜਿਹਨੂੰ ਸਮਝ ਆ ਗਈ ਕਿ ਇਹ ਜਿਹੜੀ ਖੁਆਇਸ਼ ਹੈ ਤੇ ਸਦਾ ਹੀ ਰਹਿੰਦੀ ਹੈ, ਮਨਾ ਪਤਾ ਨਹੀਂ ਤੂੰ ਕਿੰਨੇ ਕੁ ਸਮੇਂ ਵਾਸਤੇ ਦੁਨੀਆ 'ਚ ਆਇਆ, ਆਨੰਦ ਨਾਲ ਰਿਹਾ ਕਰ। ਸੱਚੇ ਪਾਤਸ਼ਾਹ ਦੇ ਸ਼ਬਦ ਦੇ ਨਾਲ ਹੀ ਸਾਧ ਸੰਗਤ ਜੀ ਸਾਨੂੰ ਸੋਝੀ ਆਵੇਗੀ। ਮਹਾਰਾਜ ਕਹਿੰਦੇ ਮਨਮੁਖ ਤੇ ਭਾਵੇਂ ਬਿਰਧ ਹੋ ਜਾਏ ਤ੍ਰਿਸ਼ਨਾ ਨਹੀਂ ਜਾਂਦੀ,
ਪਰ ਜਿਹੜਾ ਗੁਰਮੁਖ ਹੈ ਨਾ, ਉਹ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਦੇ ਸ਼ਬਦ ਦੇ ਨਾਲ ਰਤਿਆ ਹੋਇਆ, ਨਾਮ ਦੇ ਨਾਲ ਰੰਗਿਆ ਹੋਇਆ ਏ, ਉਪਦੇਸ਼ ਦੇ ਨਾਲ ਮਨ ਤੇ ਤਨ ਰੰਗਿਆ ਗਿਆ। ਅਸਲ ਵਿੱਚ ਗੁਰਮੁਖੀ ਉਹ ਹੈ। ਸੀਤਲ ਹੋਏ ਆਪ ਗਵਾਏ। ਮਹਾਰਾਜ ਕਹਿੰਦੇ ਆਪਾ ਭਾਵ ਹੰਕਾਰ ਨੂੰ ਛੱਡ ਦਿੱਤਾ, ਉਹਨੇ ਗਵਾ ਦਿੱਤਾ ਤੇ ਸੀਤਲ ਠੰਡਾ ਹੋ ਗਿਆ। ਉਹਦਾ ਮਨ ਤੇ ਤਨ ਸਾਧ ਸੰਗਤ ਜੀ ਠੰਡਾ ਹੋ ਗਿਆ। ਹੰਕਾਰ ਹੀ ਸਾਰੇ ਸਾਧ ਸੰਗਤ ਜੀ ਰੋਗਾਂ ਦੀ ਜੜ ਹੈ। ਪੰਜਵੇਂ ਪਾਤਸ਼ਾਹ ਨੇ ਮਾਰੂ ਰਾਗ ਵਿੱਚ ਇੱਕ ਬਚਨ ਕੀਤਾ। ਮਹਾਰਾਜ ਕਹਿੰਦੇ ਜਨ ਰਚ ਰਚਿਆ ਪੁਰਖ ਵਿਦਾਤਾ, ਨਾਲੇ ਹਉਮੈ ਪਾਈ। ਸਾਧ ਸੰਗਤ ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਇਸ ਸੰਸਾਰ ਦੀ ਰਚਨਾ ਕੀਤੀ ਨਾ, ਮਹਾਰਾਜ ਨੇ ਸੰਸਾਰ ਦੀ ਰਚਨਾ ਕਰਕੇ ਨਾਲ ਹੀ ਹਉਮੈ ਪਾ ਦਿੱਤੀ। ਤੇ ਹਉਮੈ ਕਰਕੇ ਹੀ ਮਨੁੱਖ ਦਾ ਆਉਣਾ ਜਾਣਾ ਹੈ। ਜਦੋਂ ਹਉਮੈ ਦਾ ਹੀ ਨਾਸ਼ ਹੋ ਜਾਏ, ਉਸ ਵੇਲੇ ਆਉਣਾ ਜਾਣਾ ਹੀ ਖਤਮ ਹੋ ਜਾਏਗਾ। ਸਾਧ ਸੰਗਤ ਜੀ ਇਸੇ ਕਰਕੇ ਮਹਾਰਾਜ ਜੀ ਦੱਸਦੇ ਨੇ ਕਿ ਭਾਈ ਸੀਤਲ ਹੋਏ ਆਪ ਗਵਾਏ। ਉਹ ਜਿਹੜੇ ਗੁਰਮੁਖ ਪਿਆਰੇ ਹੁੰਦੇ ਨੇ, ਉਹਨਾਂ ਨੂੰ ਕਿਸੇ ਤੱਕ ਕੋਈ ਮਤਲਬ ਨਹੀਂ। ਸਾਧ ਸੰਗਤ ਜੀ ਉਹਨੂੰ ਤੇ ਗੁਰੂ ਦੇ ਸ਼ਬਦ ਨਾਲ ਮਤਲਬ ਹੁੰਦਾ ਆ, ਸੱਚੇ ਪਾਤਸ਼ਾਹ ਦੀ ਬਾਣੀ ਦੇ ਨਾਲ ਮਤਲਬ ਹੁੰਦਾ ਆ। ਇਸੇ ਕਰਕੇ ਤੇ ਆਪਾ ਭਾਵ ਗਵਾ ਦਿੰਦੇ ਨੇ। ਤਾਂ ਹੀ ਕਹਿੰਦੇ ਨੇ ਕਿ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਮਹਾਰਾਜ ਵਰਗਿਆਂ ਨੇ ਐਵੇਂ ਬਚਨ ਨਹੀਂ ਕੀਤਾ। ਸਾਧ ਸੰਗਤ ਜੀ ਮਹਾਰਾਜ ਕਹਿੰਦੇ ਨੇ ਕਿ ਜਦੋਂ ਆਪਾ ਭਾਵ ਚਲਿਆ ਜਾਏ, ਉਦੋਂ ਮਨ ਤੇ ਤਨ ਠੰਡਾ ਹੋ ਜਾਂਦਾ ਪਏ। ਪਰ ਗੁਰਮੁਖਾਂ ਦੇ ਹਿੱਸੇ ਆਇਆ ਅੰਦਰ ਤ੍ਰਿਪਤ ਸੰਤੋਖਿਆ। ਮਹਾਰਾਜ ਕਹਿੰਦੇ ਅੰਦਰ ਤ੍ਰਿਪਤ ਹੋ ਜਾਂਦਾ ਉਹਨਾਂ ਦਾ ਮਨ ਤੇ ਤਨ, ਬਹੁਤ ਵੱਡਾ ਸੰਤੋਖ ਆ ਜਾਂਦਾ ਨਾਮ ਦੇ ਕਰਕੇ। ਸਾਧ ਸੰਗਤ ਜੀ ਨਾਮ ਦੇ ਔਰ ਬ੍ਰਹਮ ਗਿਆਨ ਰੂਪੀ ਭੋਜਨ ਨਾਲ ਹੀ ਰੱਜ ਜਾਂਦੇ ਨੇ। ਉਹਨਾਂ ਨੂੰ ਫਿਰ ਹੋਰ ਭੋਜਨ ਦੀ ਆਸ ਨਹੀਂ ਰਹਿੰਦੀ। ਸਾਧ ਸੰਗਤ ਜੀ ਨਾਮਨੀਤੀ 18 ਸਿੱਧੀ ਪਿੱਛੇ ਲੱਗੀਆਂ ਤੁਰੀਆਂ ਫਿਰਦੀਆਂ ਨੇ। ਇਸੇ ਕਰਕੇ ਕੋਈ ਭੁੱਖ ਨਹੀਂ ਹੁੰਦੀ ਉਹਨਾਂ ਗੁਰਮੁਖਾਂ ਨੂੰ। ਅੰਦਰੋਂ ਤ੍ਰਿਪਤ ਹੋ ਗਏ, ਮਨ ਅੰਦਰੋਂ ਵੀ ਤ੍ਰਿਪਤ ਹੋਵੇ ਔਰ ਜਿਹੜਾ ਤਨ ਵੀ ਸੀ ਉਹ ਵੀ ਸੰਤੋਖੀ ਹੋ ਗਿਆ। ਤਨ ਨੇ ਕੋਈ ਚੋਰੀ ਨਹੀਂ ਕੀਤੀ, ਠੱਗੀ ਨਹੀਂ ਮਾਰੀ। ਸਾਧ ਸੰਗਤ ਜੀ ਕਿਸੇ ਦਾ ਪਰਾਇਆ ਤਨ ਧਨ ਨਹੀਂ ਚੁਰਾਇਆ। ਇਸੇ ਕਰਕੇ ਅੰਦਰੋਂ ਤੇ ਬਾਹਰੋਂ ਉਹ ਸੰਤੋਖੀ ਹੋ ਗਏ। ਤੇ ਸੱਚੇ ਪਾਤਸ਼ਾਹ ਜੀ ਉਹ ਦੱਸਦੇ ਨੇ ਭਾਈ ਉਹ ਗੁਰਮੁਖਾਂ ਦਾ ਮਹਾਰਾਜ ਸਤਿਕਾਰ ਸਦਾ ਵਾਸਤੇ ਕਰਦੇ ਆ। ਬਾਣੀ ਵੀ ਉਹਨਾਂ ਦਾ ਹੀ ਸਤਿਕਾਰ ਕਰਦੀ ਹੈ ਜਿਹੜੇ ਸਾਧ ਸੰਗਤ ਜੀ ਅੰਦਰੋਂ ਤੇ ਬਾਹਰੋਂ ਸੰਤੋਖੀ ਹੋ ਗਏ ਹਨ। ਫਿਰ ਭੁੱਖ ਨਾ ਲੱਗੇ ਆਏ। ਮਹਾਰਾਜ ਕਹਿੰਦੇ ਫਿਰ ਕਦਾਚਿਤ ਵੀ ਭੁੱਖ ਨਹੀਂ ਲੱਗਦੀ ਜਿਨ੍ਹਾਂ ਦੇ ਮਨ ਅੰਦਰ ਵਾਹਿਗੁਰੂ ਦਾ ਨਾਮ ਹੋਵੇ। ਸਾਧ ਸੰਗਤ ਜੀ ਤਨ ਨੂੰ ਵੀ ਫਿਰ ਪਰਾਏ ਸਰੀਰ ਦੀ ਨਿੰਦਿਆ ਚੁਗਲੀ ਈਰਖਾ ਵਖੀਲੀ ਦੀ ਭੁੱਖ ਨਹੀਂ ਲੱਗੇਗੀ, ਭੁੱਖ ਮਿਟ ਜਾਏਗੀ। ਮਨ ਵੀ ਸਾਧ ਸੰਗਤ ਜੀ ਅੰਦਰੋਂ ਤ੍ਰਿਪਤ ਹੋ ਜਾਏਗਾ, ਰੱਜ ਜਾਏਗਾ। ਨਾਨਕ ਜੇ ਗੁਰਮੁਖ ਕਰ ਹੈ ਸੋ ਪਰਵਾਨ ਹੈ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਉਪਦੇਸ਼ ਬਖਸ਼ ਕਰਦੇ ਨੇ, ਸਾਨੂੰ ਸਮਝਾਉਂਦੇ ਐ। ਮਹਾਰਾਜ ਕਹਿੰਦੇ ਨਾਨਕ ਜੇ ਗੁਰਮੁਖ ਕਰਹਿ ਸੋ ਪਰਵਾਨ ਹੈ। ਜਿਹੜਾ ਭਾਈ ਗੁਰਮੁਖ ਵਾਹਿਗੁਰੂ ਜੀ ਦੇ ਸੱਚੇ ਨਾਮ ਦੇ ਨਾਲ ਹਰ ਵਕਤ ਲੱਗਿਆ ਰਹਿੰਦਾ ਹੈ, ਮੁਖੀ ਗੁਰਾਂ ਜੀ ਦੇ ਪਾਸ ਜਾ ਕੇ ਉਹਦੇ ਉਪਦੇਸ਼ ਨੂੰ ਕਮਾਇਆ, ਜਿਹਨੇ ਵਾਹਿਗੁਰੂ ਜੀ ਦੇ ਨਾਮ ਨੂੰ ਕਹਿਆ ਭਾਈ ਉਹੀ ਪ੍ਰਵਾਨ ਹੈ। ਸਾਧ ਸੰਗਤ ਜੀ ਅਸੀਂ ਕਹਿ ਦਿੰਦੇ ਹਾਂ ਕਿ ਸੱਚਖੰਡ ਵਿੱਚ ਕਿਵੇਂ ਪ੍ਰਵਾਨ ਹੋਈ ਹੈ, ਕਿਵੇਂ ਦਰਗਾਹ ਵਿੱਚ ਮਾਣ ਪਾਈਦਾ। ਤੇ ਮਹਾਰਾਜ ਨੇ ਫਿਰ ਬਚਨ ਕੀਤੇ ਨੇ ਕਿ ਜਿਨ ਸੇਵਿਆ ਤਿਨ ਪਾਇਆ ਮਾਨ। ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਨਾਮ ਨੂੰ ਸੇਵਿਆ, ਯਾਦ ਕੀਤਾ, ਉਹੀ ਮਾਣ ਪਾਉਂਦੇ ਐ। ਉਹੀ ਸਾਧ ਸੰਗਤ ਜੀ ਲੋਕ ਪਰਲੋਕ ਵਿੱਚ ਮਾਣ ਪਾਉਂਦੇ ਐ। ਲੋਕ ਕਹਿਣਗੇ ਬੜਾ ਗੁਰਮੁਖ ਹੈ, ਲੋਕ ਕਹਿਣਗੇ ਸੰਤ ਜੀ ਨੇ, ਮਹਾਤਮਾ ਜੀ ਨੇ। ਜਿਨ੍ਹਾਂ ਦੇ ਪੱਲੇ ਸਤਿਗੁਰੂ ਜੀ ਦਾ ਨਾਮ ਹੋਵੇ ਉਹ ਦੁਨੀਆ ਤੇ ਵੀ ਪ੍ਰਵਾਨ ਨੇ ਔਰ ਸਾਧ ਸੰਗਤ ਜੀ ਪਰਲੋਕ ਵਿੱਚ ਤਾਂ ਪ੍ਰਵਾਨ ਹੈ ਹੀ ਹੈ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹੈ ਕਿ ਭਾਈ ਜਿਸ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਿੱਖਿਆ ਨੂੰ ਧਾਰਨ ਕੀਤਾ, ਵਾਹਿਗੁਰੂ ਜੀ ਦੇ ਨਾਮ ਨੂੰ ਕਹਿਣਾ ਕੀਤਾ, ਉਹ ਭਾਈ ਪ੍ਰਵਾਨ ਹੈ। ਜੋ ਨਾਮ ਰਹੇ ਲੈ ਬਲਾਏ। ਹਾਂ ਮਹਾਰਾਜ ਸਪਸ਼ਟ ਕਰ ਰਹੇ ਨੇ ਕਿ ਮਹਾਰਾਜ ਕਹਿੰਦੇ ਜਿਨ੍ਹਾਂ ਦਾ ਮਨ, ਜਿਨ੍ਹਾਂ ਦੀ ਲਿਵ ਵਾਹਿਗੁਰੂ ਜੀ ਦੇ ਨਾਮ ਨਾਲ ਲੱਗੀ ਹੁੰਦੀ ਹੈ ਭਾਈ ਉਹੀ ਪ੍ਰਵਾਨ ਹੁੰਦੇ ਹੈ। ਤੇ ਸਾਧ ਸੰਗਤ ਜੀ ਹੁਣ ਅੰਦਰ ਝਾਤੀ ਮਾਰ ਕੇ ਵੇਖੋ ਵੀ ਕਿੰਨੀ ਕੁ ਅਸੀਂ ਬਾਣੀ ਪੜ੍ਹਦੇ ਹਾਂ, ਕਿੰਨਾ ਕੁ ਮਹਾਰਾਜ ਦਾ ਨਾਮ ਜਪਦੇ ਹਾਂ, ਜਪ ਤਪ ਕਰਦੇ ਹਾਂ, ਕਿੰਨੀ ਕੁ ਅਸੀਂ ਸੇਵਾ ਕਰਦੇ ਹਾਂ, ਬੰਦਗੀ ਹੈ ਕਿ ਅਸੀਂ ਪ੍ਰਵਾਨ ਹੋ ਸਕਾਂਗੇ ਮਹਾਰਾਜ ਦੇ ਦਰ 'ਤੇ। ਸਾਧ ਸੰਗਤ ਜੀ ਮੁੱਖ ਵਾਕ ਮਹਾਰਾਜ ਦਾ ਅੰਮ੍ਰਿਤ ਵੇਲੇ ਆਇਆ ਤੇ ਮੁੱਖ ਵਾਕ ਸਾਧ ਸੰਗਤ ਜੀ ਅਸੀਂ ਰੋਜ਼ ਸੁਣਦੇ ਹਾਂ, ਪਰ ਮੁੱਖ ਵਾਕ 'ਤੇ ਕੋਈ ਵਿਰਲਾ ਹੀ ਗੁਰਮੁਖ ਪਿਆਰਾ ਚੱਲਦਾ। ਤਾਂ ਮਹਾਰਾਜ ਨੇ ਆਖਿਆ ਕਿ ਕੋਟਣ ਮੈਂ ਨਾਨਕ ਕੋ, ਕਰੋੜਾਂ 'ਚੋਂ ਇੱਕ ਅੱਧੀ ਹੈ ਜਿਹੜਾ ਭਾਈ ਇਸ ਮੁੱਖ ਵਾਕ 'ਤੇ ਚੱਲਦਾ ਹੈ, ਹੁਕਮਨਾਮਾ ਸਾਹਿਬ 'ਤੇ ਚੱਲਦਾ ਹੈ।
ਤੇ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਜਿਹੜਾ ਵਾਹਿਗੁਰੂ ਦੇ ਨਾਮ ਵਿੱਚ ਲਿਵ ਲਾ ਲਵੇ ਨਾ ਉਹੀ ਪ੍ਰਵਾਨ ਹੈ। ਮਹਾਰਾਜ ਕਹਿੰਦੇ ਮੇਰੇ ਦਰ ਤੇ ਦਰਗਾਹ ਤੇ ਉਹੀ ਪ੍ਰਵਾਨ ਹੈ ਭਾਈ। ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਦਾ ਮਨ ਲਿਵ ਲੱਗੀ ਹੋਈ ਹੋਵੇ ਨਾਮ ਵਿੱਚ। ਪੌੜੀ ਹਉ ਬਲਹਾਰੀ ਤੈਨ ਕੋ ਜੋ ਗੁਰਮੁਖ ਸਿਖਾ। ਸਾਧ ਸੰਗਤ ਜੀ ਜਿਸ ਵੇਲੇ ਮਹਾਰਾਜ ਨੇ ਬ੍ਰਾਹਮਣੀਓ ਉਪਦੇਸ਼ ਬਖਸ਼ਿਆ ਨਾ ਉਹਦਾ ਮਾਣ ਲੈ ਗਿਆ, ਹੰਕਾਰ ਚਲਿਆ ਗਿਆ ਕਿ ਮਹਾਰਾਜ ਦੇ ਦਰ ਕਰਤੇ ਤੇ ਹੋਰ ਹੀ ਗੱਲਾਂ ਨੇ। ਐਵੇਂ ਬ੍ਰਾਹਮਣ ਪੁਣਾ ਦਾ ਮਾਣ ਚੱਕੀ ਫਿਰਦਾ ਸੀ ਕਿ ਮੈਂ ਬ੍ਰਾਹਮਣ ਹਾਂ, ਮੇਰੀ ਉੱਚੀ ਜਾਤੀ ਹੈ। ਜਦੋਂ ਮਹਾਰਾਜ ਨੇ ਓਮ ਬਚਨ ਉਚਾਰਨ ਕੀਤਾ ਉਹਦਾ ਮਾਣ ਹੰਕਾਰ ਦੂਰ ਹੋ ਗਿਆ। ਸਾਧ ਸੰਗਤ ਜੀ ਜਿਸ ਵੇਲੇ ਸੱਚੇ ਪਾਤਸ਼ਾਹ ਹੁਣ ਪੌੜੀ ਉਚਾਰਦੇ ਆ, ਇਹ ਬ੍ਰਾਹਮਣ ਕਹਿਣ ਲੱਗਿਆ, ਗੁਰਸਿੱਖ ਕਹਿਣ ਲੱਗੇ ਨੇ ਮਹਾਰਾਜ ਜੀ ਆਪ ਜੀ ਕਿਹਦੇ ਤੋਂ ਬਲਹਾਰੇ ਜਾਂਦੇ ਹੋ, ਮਹਾਰਾਜ ਜੀ ਕਿਹਦੇ ਤੋਂ ਵਿਟ ਹੋ ਜਾਂਦੇ ਹੋ, ਇਹ ਦੱਸਣਾ ਕਰੋ। ਤਾਂ ਫਿਰ ਉਸ ਵੇਲੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਿਆਲੂ ਕਿਰਪਾਲੂ ਸਤਿਗੁਰੂ ਜੀ ਜਿਨ੍ਹਾਂ ਬਾਰੇ ਭੱਟ ਸਾਹਿਬਾਨ ਕਹਿੰਦੇ ਆ ਕਿ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਸੱਚੇ ਪਾਤਸ਼ਾਹ ਆਪ ਨਿਰੰਕਾਰ ਪਰਮੇਸ਼ਰ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸਰੂਪ ਧਾਰਨ ਕੀਤਾ। ਉਹ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਫਿਰ ਦੱਸਦੇ ਨੇ ਕਿ ਅਸੀਂ ਭਾਈ ਕਿੰਨਾ ਤੋਂ ਬਲਹਾਰੇ ਜਾਂਦੇ ਹਾਂ। ਹਉ ਬਲਹਾਰੀ ਤੈਨ ਕੋ ਜੋ ਗੁਰਮੁਖ ਸਿਖਾ। ਮਹਾਰਾਜ ਕਹਿੰਦੇ ਅਸੀਂ ਭਾਈ ਉਹਨਾਂ ਪਿਆਰਿਆਂ ਗੁਰਮੁਖਾਂ ਤੋਂ ਬਲਹਾਰੇ ਜਾਂਦੇ ਹਾਂ ਜਿਹੜੇ ਸਾਧ ਸੰਗਤ ਜੀ ਗੁਰਮੁਖ ਬਣ ਕੇ ਸਿੱਖੀ ਨੂੰ ਕਮਾਉਂਦੇ ਨੇ। ਜੋ ਗੁਰਮੁਖ ਸਿੱਖਾ ਸਾਧ ਸੰਗਤ ਜੀ ਮੁਖੀ ਗੁਰਾਂ ਦੇ ਪਾਸ ਜਾ ਕੇ ਸੱਚੇ ਪਾਤਸ਼ਾਹ ਦੇ ਉਪਦੇਸ਼ ਨੂੰ ਸਿੱਖਦੇ ਹੈ, ਉਹੀ ਗੁਰਮੁਖ ਹੁੰਦੇ ਨੇ। ਗੁਰਮੁਖ ਕਹਾ ਲੈਣਾ ਜਾਂ ਗੁਰਮੁਖਾਂ ਵਾਲਾ ਲਿਬਾਸ ਪਾ ਲੈਣਾ, ਦੁਨੀਆ ਕਹਿ ਕੇ ਜੀ ਬਹੁਤ ਗੁਰਮੁਖ ਹੈ। ਔਰ ਦੁਨੀਆ 'ਚ ਇਹੋ ਜਿਹੀਆਂ ਗੱਲਾਂ ਚਤਰਾਈਆਂ ਵਾਲੀਆਂ ਗੱਲਾਂ ਮਾਰ ਲੈਣੀਆਂ ਕਿ ਕਿਸੇ ਨੂੰ ਸਾਧ ਸੰਗਤ ਜੀ ਗੱਲ ਹੀ ਨਹੀਂ ਆਉਣ ਦੇਣੀ, ਇਹੋ ਜਿਹਾ ਚਤਰ ਬਣਨਾ। ਉਹ ਤੇ ਸਾਧ ਸੰਗਤ ਜੀ ਬਾਹਰੋਂ ਤੇ ਉਹ ਗੁਰਮੁਖ ਹੋਵੇਗਾ, ਪਰ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਿ ਗੁਰਮੁਖ ਕੌਣ ਹੈ। ਸਾਧ ਸੰਗਤ ਜੀ ਜਿਹੜਾ ਗੁਰੂ ਦੀ ਸਿੱਖਿਆ ਨੂੰ ਧਾਰਨ ਕਰੇ, ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਧਾਰਨ ਕਰੇ, ਉਹੀ ਗੁਰਸਿੱਖ ਹੈ। ਮਹਾਰਾਜ ਕਹਿੰਦੇ ਭਾਈ ਅਸੀਂ ਉਹਦੇ ਤੋਂ ਸਦਾ ਹੀ ਕੁਰਬਾਨ ਜਾਂਦੇ ਹਾਂ, ਸਦਾ ਹੀ ਬਲਹਾਰੇ ਜਾਂਦੇ ਹਾਂ। ਜੋ ਹਰ ਨਾਮ ਧਿਆਏ ਦੇ ਤਨ ਦਰਸ਼ਨ ਪਿਖਾ। ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਭਾਈ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਉਂਦੇ ਹੈ, ਹਰੀ ਜਿਹੜਾ ਸਾਰਿਆਂ ਦੇ ਸਾਧ ਸੰਗ ਜੀ ਸਾਰਿਆਂ ਨੂੰ ਹਰਿਆਂ ਭਰਿਆਂ ਕਰਨ ਵਾਲਾ, ਸਾਰਿਆਂ ਦੇ ਦੁੱਖਾਂ ਰੋਗਾਂ ਨੂੰ ਕੱਟਣ ਵਾਲਾ ਜਿਹੜਾ ਵਾਹਿਗੁਰੂ ਹੈ, ਉਹਦੇ ਨਾਮ ਨੂੰ ਜਿਹੜੇ ਧਿਆਉਂਦੇ ਨੇ ਵਾਹਿਗੁਰੂ ਦੇ ਪਿਆਰੇ, ਮਹਾਰਾਜ ਕਹਿੰਦੇ ਤੈਨ ਦਰਸ਼ਨ ਪਿੱਖਾ। ਸੱਚੇ ਪਾਤਸ਼ਾਹ ਜੀ ਦੱਸਦੇ ਨੇ ਕਿ ਉਹ ਗੁਰਮੁਖ ਜਨਾਂ ਦਾ ਮੈਂ ਦਰਸ਼ਨ ਵੇਖਣਾ ਕਰਾਂ। ਦੇਖੋ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਵੀ ਕਹਿੰਦੇ ਹੈ ਸੱਚੇ ਪਾਤਸ਼ਾਹ ਕੇ ਭਾਈ ਮੈਂ ਭਾਈ ਬੱਲੂ ਜੀ ਵਰਗੇ ਗੁਰਸਿੱਖਾਂ ਦਾ ਰੋਜ਼ ਦਰਸ਼ਨ ਕਰਾਂ, ਸਾਧ ਸੰਗਤ ਜੀ ਬਾਬਾ ਬੁੱਢਾ ਜੀ ਵਰਗਿਆਂ ਗੁਰਮੁਖਾਂ ਦਾ ਦਰਸ਼ਨ ਕਰਾਂ ਜਿਹੜੇ ਸਦਾ ਹੀ ਵਾਹਿਗੁਰੂ ਦੇ ਨਾਮ ਨਾਲ ਲੱਗੇ ਰਹਿੰਦੇ ਹੈ। ਭਾਈ ਉਹਨਾਂ ਨੂੰ ਹੀ ਮਹਾਰਾਜ ਸਾਹਿਬ ਜੀ ਨੇ ਆਖਿਆ ਕਿ ਜੋ ਨਾ ਭਜੰਤੇ ਨਾਰਾਇਣ ਤਿਨਕਾ ਮੈਂ ਨਾ ਕਰੂੰ ਦਰਸ਼ਨ। ਜਿਹੜੇ ਸਾਧ ਸੰਗਤ ਜੀ ਵਾਹਿਗੁਰੂ ਜੀ ਨੂੰ ਯਾਦ ਨਹੀਂ ਨਾ ਕਰਦੇ, ਚੇਤੇ ਨਹੀਂ ਕਰਦੇ, ਮਹਾਰਾਜ ਕਹਿੰਦੇ ਮੇਰੇ ਮੱਥੇ ਨਾ ਲੱਗਣ। ਸੱਚੇ ਪਾਤਸ਼ਾਹ ਜੀ ਨੇ ਇਹ ਵੀ ਗੁਰਬਾਣੀ ਵਿੱਚ ਬਚਨ ਕੀਤੇ ਹੈ ਔਰ ਹੁਣ ਮੁੱਖ ਵਾਕ ਦੁਆਰਾ ਇਹ ਵੀ ਸਮਝਾ ਰਹੇ ਹੈ ਕਿ ਭਾਈ ਮੈਂ ਉਹਨਾਂ ਗੁਰਮੁਖਾਂ ਦਾ ਦਰਸ਼ਨ ਵੇਖਦਾ ਹਾਂ ਜਿਹੜੇ ਸਾਧ ਸੰਗਤ ਜੀ ਵਾਹਿਗੁਰੂ ਦੇ ਨਾਮ ਨੂੰ ਇੱਕ ਮਨ ਇੱਕ ਚਿੱਤ ਹੋ ਕੇ ਧਿਆਉਂਦੇ ਹਨ। ਸੁਣ ਕੀਰਤਨ ਹਰ ਗੁਣ ਰਵਾ। ਮਹਾਰਾਜ ਕਹਿੰਦੇ ਮਨ ਲਿਖਾ। ਸਾਧ ਸੰਗਤ ਜੀ ਸੁਣ ਕੀਰਤਨ ਹਰ ਗੁਣ ਰਵਾ। ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹੈ ਜਿਹੜੇ ਭਾਈ ਵਾਹਿਗੁਰੂ ਦੀ ਕੀਰਤੀ ਨੂੰ ਸੁਣਦੇ ਹੈ। ਹੁਣ ਧਿਆਨ ਦੇਣਾ ਸਾਧ ਸੰਗਤ ਜੀ, ਨਹੀਂ ਤੇ ਦੁਨੀਆ ਦੀਆਂ ਸਾਧ ਸੰਗਤ ਜੀ ਗੱਲਾਂ ਹੀ ਸੁਣਨੀਆਂ ਚਾਹੁੰਦੀਆਂ ਨੇ ਕਿ ਕੋਈ ਗੱਲਾਂ ਹੀ ਸੁਣਾਈ ਜਾਵੇ ਦੁਨੀਆ ਦੀਆਂ, ਘਰ ਪਰਿਵਾਰ ਦੀਆਂ ਗੱਲਾਂ ਸੁਣਦੇ ਰਹਿੰਦੇ ਹਾਂ। ਪਰ ਮਹਾਰਾਜ ਕਹਿੰਦੇ ਉਹ ਗੁਰਮੁਖ ਪਿਆਰੇ ਮੈਂ ਉਹਨਾਂ ਦਾ ਦਰਸ਼ਨ ਵੇਖਣਾ ਕਰਾਂ ਜਿਹੜੇ ਵਾਹਿਗੁਰੂ ਦੀ ਕੀਰਤੀ ਸੁਣਦੇ ਹੈ। ਹਰ ਗੁਣ ਰਵਾ, ਰਵਾ ਨਾਮ ਉਚਾਰਨ ਦਾ ਹੈ। ਸਾਧ ਸੰਗਤ ਜੀ ਹਰੀ ਦੇ ਗੁਣ ਉਚਾਰਦੇ ਨੇ, ਕਥਾ ਵਿੱਚ ਉਚਾਰਦੇ ਨੇ, ਕੀਰਤਨ ਵਿੱਚ ਉਚਾਰਦੇ ਨੇ, ਸਦਾ ਹੀ ਮਹਾਰਾਜ ਦੇ ਗੁਣ ਉਚਾਰਦੇ ਰਹਿੰਦੇ ਨੇ। ਜਿਨ੍ਹਾਂ ਨੂੰ ਪਰਮੇਸ਼ਰ ਦਾ ਫਿਰ ਨਾਮ ਦਾ ਰੰਗ ਲੱਗ ਗਿਆ ਨਾ, ਕੀਰਤੀ ਕਰਨ ਦਾ ਰੰਗ ਲੱਗ ਗਿਆ, ਸੱਚੇ ਪਾਤਸ਼ਾਹ ਕਹਿੰਦੇ ਹਨ ਹਰ
ਜਸ ਮਨ ਲਿਖਾ। ਜਿਨ੍ਹਾਂ ਨੇ ਕਾਗਜ਼ਾਂ ਤੇ ਨਹੀਂ ਮਨ ਤੇ ਵਾਹਿਗੁਰੂ ਦਾ ਜਸ ਲਿਖ ਲਿਆ। ਸਾਧ ਸੰਗਤ ਜੀ ਇਸੇ ਕਰਕੇ ਤੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਂਧੇ ਪਾਸ ਗਏ ਸੀ ਨਾ, ਪਾਂਧਾ ਕਹਿੰਦਾ ਹੇ ਨਾਨਕ ਜੀ ਇਹ ਪੱਟੀ ਤੇ ਲਿਖੋ ਤੁਸੀਂ ਅੱਖਰ। ਮਹਾਰਾਜ ਕਹਿੰਦੇ ਅਸੀਂ ਮਨ ਤੇ ਅੱਖਰ ਲਿਖਦੇ ਹਾਂ। ਕਹਿੰਦੇ ਜੀ ਕਿਹੜਾ? ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ ਦਾ। ਪਹੇ ਪਾਂਧਾ ਜੀ ਸਾਨੂੰ ਫੱਟੀ ਤੇ ਲਿਖਣ ਦੀ ਲੋੜ ਨਹੀਂ ਹੈ, ਅਸੀਂ ਮਨ ਤੇ ਪਰਮੇਸ਼ਰ ਦਾ ਨਾਮ ਲਿਖਿਆ ਹੋਇਆ। ਸਾਧ ਸੰਗਤ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਭਾਈ ਉਹ ਗੁਰਸਿੱਖਾਂ ਤੋਂ ਮੈਂ ਸਦਾ ਹੀ ਬਲਿਹਾਰੇ ਜਾਨਾ, ਕੁਰਬਾਨੀ ਜਾਨਾ ਆ ਜਿਹੜੇ ਸਾਧ ਸੰਗਤ ਜੀ ਹਰੀ ਦੀ ਕੀਰਤੀ ਕਰਦੇ ਐ, ਹਰੀ ਦੇ ਗੁਣ ਉਚਾਰਦੇ ਐ ਔਰ ਹਰੀ ਦਾ ਜਸ ਜਿਨ੍ਹਾਂ ਦੇ ਮਨ ਤੇ ਲਿਖਿਆ ਗਿਆ। ਹਰ ਨਾਮ ਸਲਾਹੀ ਰੰਗ ਸਿਓ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਿ ਭਾਈ ਹਰ ਨਾਮ ਸਲਾਹੀ ਰੰਗ ਸਿਓ। ਹਰੀ ਦੇ ਨਾਮ ਨੂੰ ਸਲਾਉਂਦੇ ਗਏ, ਵਾਰ-ਵਾਰ ਜਪਦੇ ਗਏ, ਪਰ ਸਾਧ ਸੰਗਤ ਜੀ ਨਿਯਮ ਬਣਾਉਣਾ ਪਏਗਾ। ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰੂ ਦੀ ਬਾਣੀ ਪੜ੍ਹਨੀ, ਨਾਮ ਦਾ ਅਭਿਆਸ ਕਰਨਾ, ਸ਼ਾਮਾਂ ਵੇਲੇ ਬਾਣੀ ਪੜ੍ਹਨੀ, ਅਭਿਆਸ ਕਰਨਾ, ਤੇ ਜਦੋਂ ਨਿਯਮ ਬਣ ਜਾਏਗਾ ਫਿਰ ਰੰਗ ਲੱਗੀ ਜਾਏਗਾ। ਸਾਧ ਸੰਗਤ ਜੀ ਦੇਖੋ ਲਲਾਰੀ ਵੱਲ, ਉਹ ਇੱਕੋ ਵਾਰ ਕੱਪੜੇ ਨੂੰ ਰੰਗ ਨਹੀਂ ਚਾੜ੍ਹਦਾ, ਵਾਰ-ਵਾਰ ਚਾੜ੍ਹਦਾ ਨਾ ਰੰਗ। ਸਾਧ ਸੰਗਤ ਜੀ ਕੱਪੜਾ ਸੁੱਕ ਗਿਆ, ਫਿਰ ਕੱਪੜਾ ਸਾਧ ਸੰਗਤ ਜੀ ਰੰਗ ਵਿੱਚ ਪਾ ਦਿੱਤਾ, ਫਿਰ ਸੁੱਕ ਗਿਆ, ਫਿਰ ਪਾ ਦਿੱਤਾ, ਇਉਂ ਫਿਰ ਗੂੜਾ ਰੰਗ ਚੜ੍ਹਦਾ। ਸਾਧ ਸੰਗਤ ਜੀ ਜਿਹੜਾ ਕੱਚਾ ਰੰਗ ਹੁੰਦਾ ਏ ਉਹ ਤੇ ਇੱਕ ਵਾਰੀ ਚਾੜ੍ਹ ਦਿੱਤਾ ਬਸ ਲੈ ਗਿਆ, ਪਰ ਜਿਹੜਾ ਗੂੜਾ ਰੰਗ ਹੁੰਦਾ ਉਹਨੂੰ ਵਾਰ-ਵਾਰ ਰੰਗ ਚਾੜ੍ਹਨਾ ਪੈਂਦਾ ਆ। ਸਾਧ ਸੰਗਤ ਜੀ ਮਹਾਰਾਜ ਕਹਿੰਦੇ ਐ ਨਾਮ ਦਾ ਗੂੜਾ ਰੰਗ ਉਦੋਂ ਚੜ੍ਹੇਗਾ ਜਦੋਂ ਤੂੰ ਹਰ ਰੋਜ਼ ਨਿਤਾ ਪ੍ਰਤੀ ਵਾਹਿਗੁਰੂ ਦੇ ਨਾਮ ਦੀ ਸਲੋਤਾ ਕਰੇਗਾ। ਮਹਾਰਾਜ ਕਹਿੰਦੇ ਨੇ ਭਾਈ ਉਹ ਗੁਰਸਿੱਖਾਂ ਪਾਸੋਂ ਕੁਰਬਾਨੀ ਜਾਣੇ ਆ, ਬਲਿਹਾਰੇ ਜਾਣੇ ਆ ਜਿਨ੍ਹਾਂ ਦੇ ਸਾਧ ਸੰਗਤ ਜੀ ਮਨ ਨੂੰ ਹਰੀ ਦਾ ਸੱਚਾ ਨਾਮ ਦਾ ਰੰਗ ਲੱਗ ਗਿਆ। ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵਡ ਭਾਗਾ, ਲਾਲ ਰੰਗ ਲੱਗਿਆ ਜਿਨ੍ਹਾਂ ਦੇ ਮਨ ਨੂੰ। ਸਾਧ ਸੰਗਤ ਜੀ ਮਹਾਰਾਜ ਦੱਸਦੇ ਹਨ ਸਭ ਕੈਲ ਵੇਖ ਕਿਰਖਾ। ਕਿਰਖਾ ਨਾਮ ਹੈ ਕੱਟਣ ਦਾ। ਸਾਧ ਸੰਗਤ ਜੀ ਸਭ ਕਿੱਲ ਵੇਖ, ਕਿੱਲ ਨਾਮ ਸਾਧ ਸੰਗਤ ਜੀ ਬੱਜਰ ਦਾ, ਵਿਖ ਨਾਮ ਜ਼ਹਿਰ ਦਾ। ਜਿਹੜੇ ਜ਼ਹਿਰ ਦੇ ਸਮਾਨ ਬੱਜਰ ਪਾਪ ਕੀਤੇ ਹੈ ਉਹ ਕੱਟੇ ਜਾਣਗੇ ਉਸ ਵੇਲੇ। ਸਭ ਮਹਾਰਾਜ ਕਹਿੰਦੇ ਨੇ ਸਭ ਕੱਟੇ ਜਾਣਗੇ ਪਾਪ ਜਦੋਂ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਦਾ ਨਾਮ ਰੰਗ ਲੱਗ ਗਿਆ। ਸਾਧ ਸੰਗਤ ਜੀ ਐਡਾ ਵੱਡਾ ਮਹਾਰਾਜ ਦਾ ਨਾਮ, ਇੰਨਾ ਪ੍ਰਤਾਪੀ ਨਾਮ ਹੈ, ਅਸੀਂ ਤੇ ਭੁੱਲ ਗਏ ਨਾ ਮਹਾਰਾਜ ਦੇ ਨਾਮ ਨੂੰ। ਸਤਿਗੁਰੂ ਜੀ ਨੇ ਕਿਹਾ ਫਿਰ ਕਿ ਸੁਣਿਆ ਦੁਖ ਪਾਪ ਕਾ ਨਾਸ। ਜਿਹੜਾ ਭਾਈ ਮਹਾਰਾਜ ਦੇ ਨਾਮ ਨੂੰ ਸੁਣੀ ਲਵੇ ਨਾ ਉਹਦੇ ਵੀ ਦੁੱਖ ਪਾਪ ਨਾਸ਼ ਹੋ ਜਾਂਦੇ ਨੇ। ਪਰ ਇੱਕ ਮਨ ਇੱਕ ਚਿੱਤ ਹੋ ਕੇ ਮਨ ਦੀ ਬਿਰਤੀ ਨੂੰ ਇਕਾਗਰ ਕਰਕੇ ਸਤਸੰਗ ਦੇ ਵਿੱਚ ਆ ਕੇ ਹੀ ਸਤਿਗੁਰੂ ਦਾ ਨਾਮ ਜਦੋਂ ਸੁਣਾਂਗੇ ਉਦੋਂ ਸਾਧ ਸੰਗਤ ਜੀ ਜਿੰਨੇ ਜਿਹੜੇ ਬੱਜਰ ਪਾਪ ਕੀਤੇ ਨੇ, ਬੜੇ ਕਠੋਰ ਪਾਪ ਕੀਤੇ ਨੇ, ਮਹਾਰਾਜ ਕਹਿੰਦੇ ਕੱਟੇ ਜਾਣਗੇ। ਕਿਰਖਾ ਨਾਮ ਕੱਟਣ ਦਾ ਹੈ। ਸਾਧ ਸੰਗਤ ਜੀ ਸਤਿਗੁਰੂ ਦਾ ਨਾਮ ਫਿਰ ਕੱਟ ਦਿੰਦਾ ਹੈ। ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਿ ਧੰਨ ਧੰਨ ਸੁਹਾਵਾ ਸੋ ਸਰੀਰ ਥਾਨ ਹੈ। ਉਹਨਾਂ ਮਹਾਂਪੁਰਖਾਂ ਦਾ ਸਰੀਰ ਤਨ ਵੀ ਮਹਾਰਾਜ ਕਹਿੰਦੇ ਬੜਾ ਸੋਭਨੀਕ ਸੁਹਾਵਣਾ ਹੈ, ਬੜਾ ਸੁੰਦਰ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਜਿੱਥੇ ਮੇਰਾ ਗੁਰ ਧਰੇ ਵਿਖਾ। ਜਿੱਥੇ ਸੱਚੇ ਪਾਤਸ਼ਾਹ ਜੀ ਉਪਦੇਸ਼ ਰੂਪੀ ਚਰਨ ਧਰ ਦੇਣ, ਜਿਹੜੇ ਗੁਰਮੁਖਾਂ ਦੇ ਹਿਰਦੇ ਤੇ ਮਹਾਰਾਜ ਨੇ ਉਪਦੇਸ਼ ਰੂਪੀ ਚਰਨ ਧਰ ਦਿੱਤੇ ਨਾ, ਮਹਾਰਾਜ ਕਿ ਉਹਨਾਂ ਦਾ ਸਰੀਰ, ਉਹਨਾਂ ਦਾ ਮਨ ਬੜਾ ਹੀ ਸੋਭਨੀਕ ਹੈ। ਸਾਧ ਸੰਗਤ ਜੀ ਬਾਹਰੋਂ ਚੰਗੇ ਵਸਤਰ ਪਾ ਲੈਣੇ ਸੋਭਨੀਕ ਨਹੀਂ ਹੁੰਦੇ। ਠੀਕ ਹੈ ਅਸੀਂ ਵਸਤਰ ਚੰਗੇ ਪਾਉਣੇ ਆ ਤੇ ਪਾਉਣੇ ਵੀ ਚਾਹੀਦੇ ਨੇ, ਪਰ ਸਾਧ ਸੰਗਤ ਜੀ ਗੁਰਬਾਣੀ ਅਨੁਸਾਰ ਸੋਭਨੀਕ ਕੌਣ ਹੈ? ਮਹਾਰਾਜ ਕਹਿੰਦੇ ਜਿੱਥੇ ਮੇਰਾ ਗੁਰ ਧਰੇ ਵਿਖਾ। ਜਿੱਥੇ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਆਪਣਾ ਉਪਦੇਸ਼ ਧਰ ਦਿੰਦੇ ਹੈ, ਜਿਨ੍ਹਾਂ ਦੇ ਮਨ ਅੰਦਰ ਵਾਹਿਗੁਰੂ ਦਾ ਨਾਮ ਧਰਿਆ ਗਿਆ, ਅੰਦਰ ਬੈਠਾ ਵਾਹਿਗੁਰੂ ਦਾ ਨਾਮ। ਸਾਧ ਸੰਗਤ ਜੀ ਮਹਾਰਾਜ ਕਹਿੰਦੇ ਉਹ ਮਨ ਉਹ ਤਨ ਬਹੁਤ ਸੋਭਨੀਕ ਨੇ। ਇਉਂ ਸੱਚੇ ਪਾਤਸ਼ਾਹ ਜੀ ਨੇ ਬਚਨ ਉਚਾਰਨ ਕੀਤੇ ਨੇ। ਸਾਧ ਸੰਗਤ ਜੀ ਗੁਰਬਾਣੀ ਦੇ ਦੁਆਰਾ, ਮੁੱਖ ਵਾਕ ਦੇ ਦੁਆਰਾ ਜਵਾਬ ਜੀ ਨੇ ਸਰਵਣ ਕੀਤੇ ਨੇ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿਸ ਵੇਲੇ ਜਦੋਂ ਬ੍ਰਾਹਮਣ ਨੂੰ ਇਹ ਬਚਨ ਉਚਾਰਨ ਕੀਤਾ ਨਾ, ਸਤਿਗੁਰੂ ਜੀ ਨੇ ਸਮਝਾਇਆ, ਉਹਦਾ ਬ੍ਰਾਹਮਣਪੁਣਾ ਲੈ ਗਿਆ, ਉਹਦਾ ਹੰਕਾਰ ਦੂਰ ਹੋ ਗਿਆ। ਮਹਾਰਾਜ ਕਹਿੰਦੇ ਵੇਖ ਬ੍ਰਾਹਮਣ ਜੀ ਅਸਲ ਵਿੱਚ ਬ੍ਰਾਹਮਣ ਉਹੀ ਹੈ ਜਿਹੜਾ ਬ੍ਰਹਮ ਨੂੰ ਜਾਣ ਲਵੇ, ਉਹ ਭਾਵੇਂ ਕੋਈ ਵੀ ਹੋਵੇ। ਕਬੀਰ ਸਾਹਿਬ ਨੇ ਵੀ ਇਹੀ ਆਖਿਆ ਸੀ। ਮਹਾਰਾਜ ਕਹਿੰਦੇ ਬ੍ਰਹਮ ਬਿੰਦੇ ਤੇ ਸਭ ਉਤਪਾਦੀ, ਸਾਰੇ ਹੀ ਬ੍ਰਾਹਮਣ ਨੇ ਭਾਈ, ਕਿਉਂਕਿ ਬ੍ਰਹਮ ਤੋਂ ਪੈਦਾ ਹੋਏ ਨੇ, ਪਰਮੇਸ਼ਰ ਤੋਂ ਪੈਦਾ ਹੋਏ ਆ।
ਪਰਮੇਸ਼ਰ ਦੀ ਜੋਤ ਸਾਡੇ ਅੰਦਰ ਹੈ। ਇਸੇ ਕਰਕੇ ਸਾਰੇ ਹੀ ਬ੍ਰਾਹਮਣ ਨੇ, ਪਰ ਅਸਲ ਵਿੱਚ ਬ੍ਰਾਹਮਣ ਉਹ ਹੁੰਦੇ ਹੈ ਜਿਨ੍ਹਾਂ ਨੇ ਫਿਰ ਵਾਹਿਗੁਰੂ ਜੀ ਨੂੰ ਜਾਣ ਲਿਆ, ਜਿਨ੍ਹਾਂ ਦਾ ਮਨ ਸੱਚੇ ਪਾਤਸ਼ਾਹ ਦੇ ਨਾਮ ਵਿੱਚ ਲੱਗਿਆ ਹੋਇਆ। ਇਉਂ ਮਹਾਰਾਜ ਜੀ ਨੇ ਬਚਨ ਉਚਾਰਨ ਕੀਤੇ, ਆਪ ਜੀ ਨੇ ਸਰਵਣ ਕੀਤੇ ਨੇ। ਭੁੱਲ ਚੁੱਕ ਦੀ ਖੇਮਾ ਸਤਿਗੁਰੂ ਜੀ ਦੀ ਪਵਿੱਤਰ ਕਥਾ ਵਿਚਾਰ ਕਰਦਿਆਂ ਕੋਲੋਂ ਅਨੇਕਾਂ ਹੀ ਪ੍ਰਕਾਰਾਂ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾਸ ਨੂੰ ਬਖਸ਼ ਲੈਣਗੇ। ਆ ਪਿਆਰੀ ਸਾਧ ਸੰਗਤ ਨੇ ਬਖਸ਼ ਲੈਣਾ ਭਾਈ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭਾ ਪਹਿ ਮੇਲੇ। ਆਖਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਹਰ ਨਾਮ ਸਲਾਹੀ ਰੰਗ ਸਿਓ, ਸਭ ਕਿਲ ਵਖ ਰੇਖਾ। ਤਾਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੈ ਮੇਰਾ ਗੁਰ ਧਰੇ ਵਿਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ